ਪੈਸਿਆਂ ਦਾ ਇਹਨਾਂ ਦਾ ਹਿਸਾਬ ਹੈਗਾ ਤੇ ਹਜੇ ਦਿੱਤਾ ਨਹੀਂ ਇਹਨਾਂ ਨੇ। ਮਤਲਬ ਇੱਕ ਵਾਰ ਮੀਟਿੰਗ ਹੋਈ ਹੈ, ਉਹਦੇ 'ਚ ਕੱਚਾ ਪੱਕਾ ਦੇਣ ਦੀ ਕੋਸ਼ਿਸ਼ ਹੋਈ ਹੈ, ਲੇਕਿਨ ਉਹਦੇ 'ਚ ਬਹੁਤ ਵੱਡਾ ਹਿਸਾਬ ਇਹ ਨਹੀਂ ਦੇ ਪਾਏ। ਕੱਲਾ ਗੱਲ ਬੂਟਾ ਬੁਰਜਗਲ ਤੇ ਨਹੀਂ ਰੁਕੂਗੀ, ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜਾ ਇਹ ਰਾਮ ਰੌਲਾ ਪਿਆ ਹੈਗਾ BKU ਡਕੌਂਦਾ 'ਚ, ਇਹ ਰਾਮ ਰੌਲਾ ਹੋਰ ਜਥੇਬੰਦੀਆਂ ਦਾ ਹਿੱਸਾ ਬਣ ਸਕਦਾ। ਕੋਈ ਪੈਸੇ ਦੇ ਲੈਣ ਦੇਣ ਨੂੰ ਵੀ ਤੁਸੀਂ ਲੈ ਕੇ ਕਹਿੰਦੇ ਹੋ ਕਿ ਬਹੁਤ ਸਾਰੇ ਲੀਡਰਾਂ ਕੋਲੇ ਪੈਸਾ ਰਹਿ ਗਿਆ, ਕਰੋੜਾਂ ਰੁਪਈਆ ਤੁਸੀਂ ਕਹਿੰਦੇ ਹੋ। ਬਿਲਕੁਲ, ਉਹ ਕਰੋੜਾਂ ਰੁਪਈਆ ਦਾ ਕੋਈ ਹਿਸਾਬ ਕਿਤਾਬ ਨਹੀਂ ਹੋਇਆਗਾ। ਮਨਦੀਪ, ਅੰਦੋਲਨ ਜਦੋਂ ਚੱਲ ਰਿਹਾ ਸੀ ਤੁਹਾਡੀ ਅਰੈਸਟ ਵੀ ਹੁੰਦੀ ਹੈ ਜੀ, ਹੈ ਨਾ, ਪਿੱਛੇ ਲੱਗਿਆ ਹੈ ਸਪੈਸ਼ਲ ਸੈੱਲ ਬਹੁਤ ਸਾਰੇ ਲੋਕਾਂ ਦੇ, ਤਾਂ ਉਦੋਂ ਤੁਸੀਂ ਸਟੇਟਮੈਂਟ ਦਿੱਤੀ ਸੀ ਕਿ ਡਰੇ ਹੋਏ ਆਗੂ ਮਰਿਆ ਹੋਇਆ ਅੰਦੋਲਨ ਪੈਦਾ ਕਰਦੇ ਨੇ। ਤੁਸੀਂ ਕਿਹਨਾਂ ਨੂੰ ਕਹਿ ਰਹੇ ਸੀ, ਕਿਉਂ ਕਹਿ ਰਹੇ ਸੀ? ਬੂਟਾ ਸਿੰਘ ਬੁਰਜਗਿੱਲ ਰਾਜੇਵਾਲ ਤੋਂ ਲੈ ਕੇ ਕਿੰਨੇ ਵੀ ਲੋਕ ਸੀਗੇ ਜਿਹੜੇ ਕਿ ਉੱਥੇ ਸਰਕਾਰ ਦੀ ਬੋਲੀ ਬੋਲ ਰਹੇ ਸੀ, ਲੋਕਾਂ ਦੀ ਜਿਹੜੀ ਪੋਜੀਸ਼ਨਾਂ ਬਣਦੀ ਪੋਜੀਸ਼ਨਾਂ ਸੀਗੀ, ਪੋਲੀਟੀਕਲ ਪੋਜੀਸ਼ਨਾਂ, ਉਹ ਨਹੀਂ ਲੈ ਰਹੇ ਸੀ। ਉਹਨਾਂ ਦਾ ਹੱਲ ਕੀ ਹੋਇਆ ਫਿਰ? ਕਿਸੇ ਦੀ ਦਿਲੋਂ ਵੀ ਤਾਂ ਇਹ ਗੱਲ ਹੋ ਸਕਦੀ ਹੈਗੀ ਰਾਜੇਵਾਲ ਦੀ ਕਿ ਨਹੀਂ, ਮੈਂ ਇਸ ਗੱਲ ਦੇ ਉੱਤੇ ਮੈਂ ਇਹਦੇ ਪੋਜੀਸ਼ਨ ਲੈਣੀ ਹੀ ਨਹੀਂ ਜੀ, ਮੇਰਾ ਰਾਈਟ ਹੈਗਾ, ਮੈਂ ਨਹੀਂ ਲੈਣੀ ਪੋਜੀਸ਼ਨ ਇਸ ਗੱਲ ਦੀ। ਕੁਝ ਲਿਸਟਾਂ ਵੀ ਦਿੱਤੀਆਂ ਗਈਆਂ ਸੀਗੀਆਂ, ਬਿਲਕੁਲ 26 ਨੂੰ ਆ ਨੌਜਵਾਨ ਫੜੇ ਜਾਣ। ਨਵਦੀਪ, ਅਮਰਜੀਤ ਦੀ ਸੀਗੀ, ਮਨਦੀਰ ਸਿੰਘ ਦੀ ਸੀਗੇ, ਹੋਰ ਵੀ ਕਈ ਨਾਂ ਸੀਗੇ, ਲੱਖੇ ਦਾ ਨਾਂ ਸੀਗਾ, ਇਹਨਾਂ ਨੂੰ ਫੜ ਕੇ ਅੰਦਰ ਦਿਓ। ਹਾਂ, ਇਹਨਾਂ ਨੂੰ ਫੜ ਕੇ ਅੰਦਰ ਦਿਓ। ਪੁਲਿਸ ਵਾਲਿਆਂ ਨੂੰ ਲਿਸਟ ਦਿੱਤੀ ਗਈ ਹੈ? ਬਿਲਕੁਲ ਬਿਲਕੁਲ ਦਿੱਤੀ ਗਈ। 26 ਜਨਵਰੀ ਨੂੰ ਮਤਲਬ ਅਮਿਤ ਸ਼ਾਹ ਦਾ ਵੀ ਫੋਨ ਆਇਆ, ਰਾਜਨਾਥ ਸਿੰਘ ਦਾ ਵੀ ਫੋਨ ਆਇਆ, ਤੇ ਜਿਨ੍ਹਾਂ ਬੰਦਿਆਂ ਕੋਲ ਫੋਨ ਆਇਆ ਉਹਨਾਂ 'ਚ ਡੱਲੇਵਾਲ ਤੇ ਰਾਜੇਵਾਲ ਸਾਹਿਬ ਵੀ ਸੀ। ਰਾਜੇਵਾਲ ਸਾਹਿਬ ਨੂੰ ਕਿਹਾ ਗਿਆ ਕਿ ਗਾਂਧੀ ਦਾ ਹਵਾਲਾ ਦੇ ਕੇ ਤੁਸੀਂ ਅੰਦੋਲਨ ਵਾਪਸ ਲੈ ਜਾਓ। ਹਰਿਆਣੇ ਵਾਲਿਆਂ ਨੇ ਵਿਰੋਧ ਕੀਤਾ ਇਹਨਾਂ ਆਗੂਆਂ ਦਾ, ਹਰਿਆਣੇ ਦੇ ਆਗੂਆਂ ਨੇ। ਉਸ ਤੋਂ ਬਾਅਦ ਹੀ ਇਹਨਾਂ ਨੇ ਮਾੜੇ ਮੋਟੇ ਸਟੈਂਡ ਲੈਣੇ ਸ਼ੁਰੂ ਕੀਤੇ। ਸਰਦਾਰ ਗਰਦਾਰ ਵਾਲੀਆਂ ਸਟੇਟਮੈਂਟਾਂ ਆਈਆਂ, ਹਾਂ, ਉਹ ਤੇ ਰਿਐਕਸ਼ਨ ਚੋਂ ਆਈਆਂ ਨਾ, ਜਾਂ ਉਹ ਨਹੀਂ ਰਿਐਕਸ਼ਨ ਚੋਂ ਨਹੀਂ, ਰਿਐਕਸ਼ਨ ਸਟੇਟ ਨੇ ਕਿਹਾ ਦਿਓ। ਇਹ ਵੱਡੀ ਧਿਰ ਨੂੰ ਜਾਂ ਵੱਡੇ ਚਿਹਰਿਆਂ ਨੂੰ ਏਜੰਸੀਆਂ ਚਲਾ ਰਹੀਆਂ ਸੀ। ਜਦੋਂ ਅੰਦੋਲਨ ਤਿੱਖਾ ਹੋ ਰਿਹਾ ਸੀ, ਤੇਜ਼ ਹੋ ਰਿਹਾ ਸੀ, ਉੱਥੇ ਬੂਟਾ ਸਿੰਘ ਬੁਰਜਗਿੱਲ, ਰਾਜੇਵਾਲ, ਇਹਨਾਂ ਨੇ ਅੰਦੋਲਨ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਸਟੈਪ ਬਾਈ ਸਟੈਪ ਇਹ ਬਟ ਕੋਈ ਕਾਲ ਦੇ ਦਿੰਦੇ ਸੀ ਕਿ ਉਹ ਤੋਂ ਪਿੱਛੇ ਹਟਾਉਣ 'ਚ ਇਹ ਪੂਰਾ ਜ਼ੋਰ ਲਾਉਂਦੇ ਸੀ। 26 ਜਨਵਰੀ ਨੂੰ ਜਿਹੜਾ ਰੂਟ ਲੈ ਕੇ ਆਏ ਦਿੱਲੀ ਪੁਲਿਸ ਨਾਲ, ਜਿਹੜਾ ਤੈਅ ਹੋਇਆ, ਤੇ ਉਹਦੇ 'ਚ ਕੀ ਸੀਗਾ, ਉਹ ਕੀ ਬੌਂਡ ਸਾਈਨ ਕਰਕੇ ਆਏ। ਤੇ ਬਾਅਦ 'ਚ ਮੈਂ ਜਦੋਂ ਸਵਾਲ ਪੁੱਛਿਆ 23 ਜਨਵਰੀ ਤੁਸੀਂ ਪ੍ਰੈਸ ਕਾਨਫਰੰਸ ਦੇਖੋ ਸ਼ਾਮ ਨੂੰ, ਮੈਂ ਸਵਾਲ ਪੁੱਛਿਆ ਕਿ ਤੁਸੀਂ ਇੱਕ ਬੌਂਡ ਤੇ ਸਾਈਨ ਕਰਕੇ ਆਏ ਜਿਹਦੇ 'ਚ ਇਹ ਲਿਖਿਆ ਹੋਇਆ, ਇਹ ਮੁੱਕਰ ਗਏ। ਬਾਅਦ 'ਚ ਦਿੱਲੀ ਪੁਲਿਸ ਨੇ ਮੈਨੂੰ ਉਹ ਬੌਂਡ ਵੀ ਦਿਖਾਇਆ ਕਿ ਇਹ ਬੌਂਡ ਰਿਹਾ, ਬੌਂਡ ਤੇ ਸਾਈਨ ਕਰਕੇ ਆਏ ਸੀ। ਅਗਲੇ ਦਿਨ ਇੰਡੀਅਨ ਐਕਸਪ੍ਰੈਸ, ਦਾ ਹਿੰਦੂ, ਸਾਰਿਆਂ ਦੀ ਹੈਡਲਾਈਨ ਸੀਗੀ। ਰਾੜੀ ਕੌਣ ਲਿਜਾਣਾ ਚਾਹੁੰਦਾ ਸੀ ਤੁਸੀਂ ਕਹਿੰਦੇ ਹੋ? SKM ਜਗਮੋਹਨ ਲਿਜਾਣਾ ਚਾਹੁੰਦਾ ਸੀ ਜੀ, ਜੋਗਿੰਦਰ ਯਾਦਵ ਜੀ, VM ਸਿੰਘ, ਰਾਜੇਵਾਲ, ਡੱਲੇਵਾਲ, ਨੌਜਵਾਨਾਂ ਨੇ ਰੌਲਾ ਪਾਤਾ। ਉਸ ਤੋਂ ਬਾਅਦ ਹੀ ਰਾਜੇਵਾਲ ਨੂੰ ਹੀ ਉੱਥੋਂ ਗੱਦਾਰ ਹੈ, ਗੱਦਾਰ ਕਿਹਾ ਗਿਆ, ਤੇ ਇਸ ਕਰਕੇ ਰਾਜੇਵਾਲ ਥੱਲੇ ਸਟੇਜ ਤੋਂ ਗਏ ਨੇ। HM ਦਾ ਵੀ ਫੋਨ ਆਇਆ, ਰਾਜਨਾਥ ਸਿੰਘ ਦਾ ਵੀ ਫੋਨ ਆਇਆ, ਹੋਰ ਬਾਕੀ ਜਿਹੜੇ ਸੈਕਟਰੀਆਂ ਦੇ, ਏਜੰਸੀਆਂ ਦੇ, ਰਾਅ ਦੇ ਚੀਫ ਦੇ, ਇਹਨਾਂ ਦੇ ਵੀ ਫੋਨ ਆ ਰਹੇ ਸੀ। ਸੀ ਪੰਜਾਬ ਦੀ, ਉਹਨੇ ਸ਼ੁਰੂ ਦਿਨ ਤੋਂ ਹੀ ਮੋਰਚੇ 'ਚ ਇੰਟਰਸਟ ਰੱਖਿਆ ਹੈ। ਕਹਿੰਦੇ ਕੁਲਵੰਤ ਸੰਧੂ ਕਰ ਰਹੇ ਸਾਰਾ। ਕੁਲਵੰਤ ਸੰਧੂ, ਬਿਲਕੁਲ ਸਹੀ ਗੱਲ ਹੈ, ਕੁਲਵੰਤ ਸੰਧੂ ਕੈਪਟਨ ਦੇ ਬਹੁਤ ਨੇੜੇ ਨੇ। ਜਿੰਨੀ ਵੀ ਜਥੇਬੰਦੀਆਂ ਹੈਗੀਆਂ, ਉਹਨਾਂ ਦੀ ਪੋਲੀਟੀਕਲ ਪੋਜੀਸ਼ਨ CM ਨੂੰ ਦੱਸਣ ਵਾਲੇ ਕੁਲਵੰਤ ਸਿੰਘ ਸੰਧੂ ਸੀਗੇ। ਕਾਰਲ ਮਾਰਕਸ ਤਾਂ ਵੈਸੇ ਇੱਕ ਸਭ ਤੋਂ ਵੱਡੀ ਗੱਲ ਕਹਿੰਦਾ ਕਿ ਹਰ ਗੱਲ ਸ਼ੱਕ ਦੀ ਨਿਗਾਹ ਨਾਲ ਦੇਖੋ, ਹਰ ਚੀਜ਼ ਨੂੰ। ਜੇ ਤਾਂ ਕਿਸੇ ਦੇ ਕਹੇ ਤੇ, ਤੁਹਾਡੀ ਕਿਤਾਬ ਵੀ ਸ਼ਾਇਦ ਪਤਾ ਨਹੀਂ ਏਜੰਸੀਆਂ ਦੇ ਕਹੇ ਤੇ ਲਿਖ ਦਿੱਤੀ ਗਈ ਹੈ, ਸ਼ਾਇਦ ਤੁਹਾਡੇ ਖਿਲਾਫ ਬੜਾ ਵੱਡਾ ਪ੍ਰਚਾਰ ਦਿੱਲੀ ਤੱਕ ਜਾ ਕੇ ਕੀਤਾ ਗਿਆ। ਜਿਹੜੀ ਆਈਡੀਓਲੋਜੀ ਹੁੰਦੀ ਹੈ, ਆਈਡੀਓਲੋਜੀ ਦੀ ਖਾਸੀਅਤਾਂ ਬਹੁਤ ਹੁੰਦੀਆਂ ਨੇ, ਪਰ ਜੋ ਆਈਡੀਓਲੋਜੀ ਦੀ ਆਲੋਚਨਾ ਹੁੰਦੀ ਹੈ, ਉਹ ਕਹਿੰਦੇ ਆਈਡੀਓਲੋਜੀ ਕਿਸੇ ਨੂੰ ਮੈਕਸੀਮਮ ਨਹੀਂ ਹੋਣ ਦਿੰਦੀ, ਹਮੇਸ਼ਾ ਮਿਨੀਮਮ ਰੱਖਦੀ ਹੈ, ਕਿਉਂਕਿ ਆਈਡੀਓਲੋਜੀ ਦੀ ਇੱਕ ਬਾਉਂਡਰੀ ਹੈ। ਉਹ ਕਹਿੰਦੀ ਹੈ ਤੂੰ ਐ ਸੋਚ। ਦੀਪ ਸਿੱਧੂ ਦਾ ਵੀ ਸਟੈਂਡ ਸੀਗਾ, ਦੀਪ ਸਿੱਧੂ ਦਾ ਪੋਲੀਟੀਕਲ ਸਟੈਂਡ ਵੀ ਮੈਂ ਲਿਖਿਆ ਕੀ ਸੀਗਾ। ਕਿਸਾਨ ਅੰਦੋਲਨ ਨੇ ਕੀ ਖੱਟਿਆ? 8 ਸਾਲਾਂ 'ਚ ਇਹ ਪਹਿਲਾ ਇਹੋ ਜਿਹਾ ਅੰਦੋਲਨ ਸੀਗਾ ਜਿਹਨੇ ਮੋਦੀ ਨੂੰ ਝੁਕਣ ਲਈ ਮਜਬੂਰ ਕੀਤਾ। ਪਰ ਪੋਸਟ ਮਾਡਰਨਿਸਟ ਕਹਿੰਦੇ ਨੇ ਕਿ ਮਾਰਕਸਿਜ਼ਮ 'ਚ ਵੀ ਤਾਂ ਨਿਊ ਮਾਰਕਸਿਸਟ ਪੈਦਾ ਹੋ ਗਏ, ਮਾਰਕਸਿਜ਼ਮ ਨੂੰ ਰੀਡਿਫਾਈਨ ਕਰਨਾ ਪਿਆ। ਕਾਰਲ ਮਾਰਕਸ ਨੇ ਕਿਹਾ ਸੀ ਹਿਸਟਰੀ ਰਿਪੀਟ ਹੁੰਦੀ ਹੈ, ਕਦੇ ਟ੍ਰੈਜਡੀ ਦੇ ਰੂਪ 'ਚ ਤੇ ਕਦੇ ਫਾਰਸ ਦੇ ਰੂਪ 'ਚ। ਪਰ ਕਾਰਲ ਮਾਰਕਸ ਨੂੰ ਕੀ ਪਤਾ ਸੀ ਇਹ ਗੱਲ ਕਦੇ ਉਹਦੇ ਕਾਮਰੇਡਾਂ ਤੇ ਵੀ ਹੂਬਹੂ ਟੁੱਕ ਜਾਏਗੀ। ਉਹ ਵੀ ਪੰਜਾਬ 'ਚ ਕਿਸਾਨ ਜਥੇਬੰਦੀਆਂ ਦਿੱਲੀ ਗਈਆਂ ਸੀ, ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਲੈਫਟ ਨਾਲ ਲੀਨਿੰਗ ਰਹੀ, ਜਿਨ੍ਹਾਂ ਦਾ ਝੁਕਾਅ ਖੱਬੇ ਪੱਖੀ ਰਿਹਾ, ਉਹਨਾਂ 'ਚ ਅੱਜ ਕੱਲ੍ਹ ਰੌਲਾ ਪਿਆ ਹੋਇਆ। ਉਹਨਾਂ 'ਚੋਂ BKU ਡਕੌਂਦਾ ਵੀ ਇੱਕ ਆ,
ਜਿਹਦੇ 'ਚ ਵੱਡੇ ਐਲੀਗੇਸ਼ਨ ਲੱਗ ਰਹੇ ਨੇ ਕਿ ਰੌ ਨਾਲ ਮੀਟਿੰਗਾਂ ਹੋ ਰਹੀਆਂ ਸੀ, ਦਾਰੂ ਪੀਤੀ ਜਾ ਰਹੀ ਸੀ ਮੰਤਰੀ ਦੀ ਘਰਵਾਲੀ ਨਾਲ। ਕਿਸਾਨ ਅੰਦੋਲਨ ਨੂੰ ਲੈ ਕੇ ਇਹ तमाम ਗੱਲਾਂ ਅੰਦੋਲਨ ਦੇ ਦੌਰਾਨ ਵੀ ਹੁੰਦੀਆਂ ਰਹੀਆਂ। ਮਨਦੀਪ ਪੁਨੀਆ ਮੰਨੇ ਪਰਮੰਨੇ ਪੱਤਰਕਾਰ ਨੇ। ਕਿਸਾਨ ਅੰਦੋਲਨ ਦੇ ਟਾਈਮ ਪੁਲਿਸ ਨੇ ਉਹਨਾਂ ਨੂੰ ਚੁੱਕ ਲਿਆ ਸੀ। ਉਹਨਾਂ ਨੇ ਕਿਤਾਬ ਲਿਖੀ ਔਰ ਇੱਕ ਉਹਨਾਂ ਦਾ ਇੰਟਰਵਿਊ ਆਪਾਂ ਕੀਤਾ ਸੀ ਕਾਫੀ ਟਾਈਮ ਪਹਿਲਾਂ। ਉਹਨਾਂ ਨੇ ਇਹ ਗੱਲਾਂ ਕਿਤਾਬ 'ਚ ਵੀ ਮੈਂਸ਼ਨ ਕੀਤੀਆਂ ਤੇ ਉਸ ਇੰਟਰਵਿਊ 'ਚ ਵੀ ਬਹੁਤ ਸਮਾਂ ਪਹਿਲਾਂ ਮੈਂਸ਼ਨ ਕਰਤੀਆਂ ਸੀ ਕਿ ਇਹ ਹੁੰਦਾ ਰਿਹਾ। ਔਰ ਉਹਨਾਂ ਦੀ ਕਿਤਾਬ ਮੇਰੇ ਹੱਥ 'ਚ ਆ। ਇਹ ਕਿਤਾਬ ਕਿਸਾਨ ਅੰਦੋਲਨ ਗਰਾਊਂਡ ਜ਼ੀਰੋ, ਇਹ ਹਿੰਦੀ 'ਚ ਆ, ਪੰਜਾਬੀ 'ਚ ਬੜੀ ਜਲਦੀ 10 ਕੁ ਦਿਨਾਂ 'ਚ ਪੰਜਾਬੀ 'ਚ ਆ ਜਾਏਗੀ। ਔਰ ਮੈਂ ਅੰਦੋਲਨ ਨੂੰ ਕਵਰ ਕੀਤਾ ਗਾ ਪੰਜਾਬੀ ਦੇ ਅੰਦਰ ਜਾਂ ਕਹੀਏ ਹਿੰਦੀ 'ਚ ਔਰ ਅੰਗਰੇਜ਼ੀ 'ਚ ਵੀ ਹੋਣ ਜਾ ਰਹੀ ਹੈ ਕਿਤਾਬ। ਅੰਦੋਲਨ ਦੇ ਉੱਤੇ ਬੈਸਟ ਕਿਤਾਬ ਆ ਇਹ। ਜਿਹੜਾ ਅੰਦੋਲਨ 'ਚ ਰਿਹਾ, ਮੈਂ ਅੰਦੋਲਨ 'ਚ ਰਿਹਾ, ਜਦੋਂ ਮੈਂ ਇਸ ਕਿਤਾਬ ਨੂੰ ਪੜ੍ਹਦਾ ਤਾਂ ਮੈਨੂੰ ਬਹੁਤ ਸਾਰੀਆਂ ਇਨਸਾਈਟ ਮਿਲੀਆਂ ਜਿਹੜੀਆਂ ਮੈਨੂੰ ਵੀ ਨਹੀਂ ਪਤਾ। ਯਾਨੀ ਅੰਦੋਲਨ 'ਚ ਘੁੰਮਣ ਵਾਲੇ ਬੰਦਿਆਂ ਨੂੰ ਵੀ ਇਹ ਲੱਗੇਗਾ ਕਿ ਜਿਵੇਂ ਉਹਨਾਂ ਨੇ ਅੰਦੋਲਨ ਇਸ ਪੱਖ ਤੋਂ ਦੇਖਿਆ ਹੀ ਨਹੀਂਗਾ। ਔਰ ਇਹ ਕਿਤਾਬ ਪੰਜਾਬੀ ਜਲਦੀ ਆ ਰਹੀ ਹੈ। ਔਰ ਇਸ ਕਿਤਾਬ ਦਾ ਜ਼ਿਕਰ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜੋ ਰੌਲਾ ਪਿਆ BKG ਡਕੌਂਦਾ ਦੇ ਆਗੂ ਹਰਨੇਕ ਮਹਿਮਾ ਨੇ ਐਲੀਗੇਸ਼ਨ ਲਾਏ ਬੂਟਾ ਬੁਰਜਗਿੱਲ ਤੇ, ਬੂਟਾ ਬੁਰਜਗਿੱਲ ਉਹਨਾਂ ਨੂੰ ਰਿਸਪੌਂਡ ਕਰ ਰਹੇ ਨੇ, ਰੌਲਾ ਪੈ ਰਿਹਾ, ਕੋਈ ਜਗਮੋਹਨ ਤੇ ਐਲੀਗੇਸ਼ਨ ਲੱਗ ਰਿਹਾ, ਹੋਰ ਬਹੁਤ ਸਾਰਾ ਕੁਛ ਆ। ਇਹ ਕਹਾਣੀ ਕੀ ਸੀ? ਕਿਸਾਨ ਅੰਦੋਲਨ ਦਾ ਆਲੋਚਨਾਤਮਕ ਅਧਿਐਨ ਵੀ ਹੋਣਾ ਚਾਹੀਦਾ ਸੀ, ਉਹ ਇਸ ਕਿਤਾਬ 'ਚ ਹੈਗਾ। ਕਿਸਾਨ ਅੰਦੋਲਨ ਦੀ ਮਹਿਮਾ ਵੀ ਕੀਤੀ ਗਈ ਹੈ ਲੋਕਾਂ ਦੀ, ਪਰ ਨਾਲ ਦੀ ਨਾਲ ਲੀਡਰਸ਼ਿਪ ਦਾ ਆਲੋਚਨਾਤਮਕ ਅਧਿਐਨ ਇਸ ਕਿਤਾਬ ਦੇ ਅੰਦਰ ਆ। ਜਿਹੜਾ ਕਿਸਾਨ ਅੰਦੋਲਨ ਤੇ ਲਿਖੀਆਂ ਜਿਹੜੀਆਂ ਬਾਕੀ ਕਿਤਾਬਾਂ ਨੇ, ਉਹ ਜਿਵੇਂ ਇਹਨਾਂ ਅੰਦੋਲਨ ਤੇ ਕਿਤਾਬਾਂ ਲਿਖੀਆਂ ਗਈਆਂ ਉਹਨਾਂ ਨੂੰ ਖੁਸ਼ ਕਰਨ ਦੇ ਲਈ, ਉਸ ਤਰ੍ਹਾਂ ਦੀਆਂ ਕਿਤਾਬਾਂ ਜ਼ਿਆਦਾ ਨੇ। ਪਰ ਇਹ ਕਿਤਾਬ 'ਚ ਆਲੋਚਨਾਤਮਕ ਅਧਿਐਨ ਨਾਲ ਮਨਦੀਪ ਪੁਨੀਆ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਵਾਗਤ ਹੈ ਮਨਦੀਪ। ਸ਼ੁਕਰੀਆ। ਪਹਿਲਾ ਸਵਾਲ ਮੇਰਾ ਇਹੀ ਕਿ ਜੋ ਹੋ ਰਿਹਾ ਹੈਗਾ ਇਹ ਤੁਹਾਨੂੰ ਕਿਵੇਂ ਪਤਾ ਲੱਗਦਾ? ਸਭ ਤੋਂ ਪਹਿਲੀ ਗੱਲ ਜਿਹੜੀ ਆਈ ਹੈ ਕਿ ਰੌ ਦੇ ਅਧਿਕਾਰੀ ਵਾਲੀ ਗੱਲ ਕਿ ਬੂਟਾ ਬੁਰਜਗਿੱਲ ਰੌ ਦੇ ਅਧਿਕਾਰੀ, ਤੁਹਾਡੀ ਕਿਤਾਬ 'ਚ ਮੈਂਸ਼ਨ ਆਈ ਗੱਲ, ਮੈਂ ਤਾਂ ਪੁੱਛ ਰਿਹਾ ਕਿ ਬੂਟਾ ਬੁਰਜਗਿੱਲ ਰੌ ਦੇ ਇੱਕ ਅਧਿਕਾਰੀ ਨਾਲ ਜੁੜਿਆ ਹੋਇਆ ਸੀ। ਬੂਟਾ ਬੁਰਜਗਿੱਲ ਔਰ ਰਾਜੇਵਾਲ, ਤੁਸੀਂ ਹੋਰ ਵੀ ਕਈ ਲੀਡਰਾਂ ਦੇ ਨਾਂ ਲੈਂਦੇ ਹੋ, ਇਹ ਸਾਰੇ ਇਨ ਟੱਚ ਸੀ। ਤੇ ਇਨ ਟੱਚ ਹੋਣਾ ਕੋਈ ਮਾੜੀ ਗੱਲ ਨਹੀਂ ਹੁੰਦੀ। ਅੰਦੋਲਨਾਂ ਦੇ ਆਗੂ ਇਨ ਟੱਚ ਹੁੰਦੇ ਹੀ ਨੇਗੇ। ਅੰਦੋਲਨ ਦਾ ਅਜਿਹਾ ਕਿਹੜਾ ਦੁਨੀਆ ਦਾ ਕੋਈ ਅੰਦੋਲਨ ਅਜਿਹਾ ਨਹੀਂ। ਮੈਂ ਕਹਿੰਦਾ ਜਿੱਥੇ ਰੈਵੋਲੂਸ਼ਨ ਵੀ ਹੋ ਜਾਂਦੇ ਹੋਣਗੇ, ਹੋ ਸਕਦਾ ਐਂਡ ਤੱਕ ਉੱਥੇ ਵੀ ਕੋਈ ਸਟੈਬਲਿਸ਼ਮੈਂਟ ਨਾਲ, ਮਤਲਬ ਤਾਲਿਬਾਨਾਂ ਦੀ ਗੱਲ ਵੀ ਤਾਂ ਚੱਲਦੀ ਰਹੀ ਨਾ ਐਂਡ ਤੱਕ ਅਫਗਾਨ ਸਰਕਾਰ ਦੇ ਨਾਲ। ਤਾਂ ਤੁਹਾਨੂੰ ਦਿੱਕਤ ਕੀ ਲੱਗੀ ਔਰ ਤੁਸੀਂ ਇਹ ਗੱਲਾਂ ਕਿਉਂ ਲਿਖੀਆਂ ਜਿਹਦਾ ਹੁਣ ਰਾਮ ਰੌਲਾ ਪੈ ਰਿਹਾ? ਦੇਖੋ, ਇਨ ਟੱਚ ਹੋਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਪਰ ਇਨ ਟੱਚ ਹੋ ਕੇ ਜਦੋਂ ਤੁਸੀਂ ਮੈਨੂਪਲੇਟਿਵ ਹੋ ਜਾਂਦੇ ਹੋ, ਤੁਸੀਂ ਮੈਨੂਪਲੇਟ ਕਰਦੇ ਹੋ ਚੀਜ਼ਾਂ ਨੂੰ, ਉਦੋਂ ਮੈਨੂੰ ਲੱਗਦਾ ਕਿ ਦਿੱਕਤ ਹੁੰਦੀ ਹੈ ਤੇ ਉਹ ਪ੍ਰੋਬਲਮੈਟਿਕ ਗੱਲ ਵੀ ਹੁੰਦੀ ਹੈ ਇੱਕ ਅੰਦੋਲਨ ਵਾਸਤੇ। ਤੇ ਦੂਜਾ, ਤੁਸੀਂ ਬੂਟਾ ਸਿੰਘ ਬੁਰਜਗਿੱਲ ਦਾ ਤੇ ਰੌ ਦੇ ਅਧਿਕਾਰੀ ਦਾ ਜ਼ਿਕਰ ਕੀਤਾ। ਮੈਨੂੰ ਸਭ ਤੋਂ ਪਹਿਲਾਂ ਮੈਂ ਕੈਰਾਵਨ 'ਚ ਸਟੋਰੀ ਕੀਤੀ ਜਦੋਂ 26 ਨਵੰਬਰ ਨੂੰ ਇੱਥੋਂ ਕਿਸਾਨ ਚੱਲੇ ਤੇ ਪੰਜਾਬ ਹਰਿਆਣੇ ਦੇ ਬਾਰਡਰ ਤੇ ਰੁਕੇ, ਫਿਰ ਉਹ ਉਹਨਾਂ ਨੂੰ ਤੋੜ ਕੇ ਅੱਗੇ ਦਿੱਲੀ ਬਾਰਡਰਾਂ ਤੇ ਪਹੁੰਚੇ ਤਾਂ ਉੱਥੇ ਹੀ ਕਿਸਾਨਾਂ ਨੇ ਰੁਕਣ ਦਾ ਫੈਸਲਾ ਕੀਤਾ। ਲੇਕਿਨ ਬਹੁਤ ਸਾਰੇ ਜਿਹੜੇ ਉਹ ਸੀ ਆਗੂ ਸੀ, ਉਹ ਬਰਾੜੀ ਮੈਦਾਨ ਲੈ ਜਾਣਾ ਚਾਹੁੰਦੇ ਸੀ ਤੇ ਉਹਦਾ ਵਿਰੋਧ ਹੋਇਆ। ਉਸ ਟਾਈਮ ਫਿਰ ਮੈਂ ਕੈਰਾਵਨ 'ਚ ਸਟੋਰੀ ਕੀਤੀ, VM ਸਿੰਘ, ਯੋਗਿੰਦਰ ਯਾਦਵ, ਰਾਜੇਵਾਲ, ਇਹਨਾਂ ਬਾਰੇ ਖੁਲਾਸਾ ਵੀ ਕੀਤਾ ਮੈਂ ਉਸ ਸਟੋਰੀ 'ਚ। ਕਿਤਾਬ 'ਚ ਵੀ ਮੈਂਸ਼ਨ ਹੈ ਕਿ ਉਹ ਬਰਾੜੀ ਮੈਦਾਨ ਲੈ ਜਾਣਾ ਚਾਹੁੰਦੇ ਸੀਗੇ। ਤੇ ਉਸੇ ਟਾਈਮ ਮੈਨੂੰ ਯੋਗਿੰਦਰ ਯਾਦਵ ਤੋਂ ਪਤਾ ਲੱਗਿਆ ਕਿ ਯੋਗਿੰਦਰ ਯਾਦਵ ਨੂੰ ਜਿਹੜਾ ਫੋਨ ਕੀਤਾ ਸੀਗਾ ਦਿੱਲੀ 'ਚ ਉਸ ਬਰਾੜੀ ਮੈਦਾਨ ਵਾਸਤੇ ਜਾਂ ਫਿਰ ਅੱਗੇ ਰਸਤੇ ਵਾਸਤੇ, ਉਹ ਕੀਤਾ ਸੀਗਾ ਜਗਮੋਹਨ ਨੇ, ਜਿਹੜਾ ਕਿ BKG ਡਕੌਂਦਾ ਦਾ ਲੀਡਰ ਹੈਗਾ। ਤੇ ਉਹ ਜਗਮੋਹਨ ਨੇ ਯੋਗਿੰਦਰ ਯਾਦਵ ਨੂੰ ਕਿਹਾ ਕਿ ਮੇਰੀ ਇੰਟੈਲੀਜੈਂਸ ਨਾਲ ਗੱਲ ਹੋ ਰਹੀ ਹੈ ਤੇ ਸਾਨੂੰ ਅੱਗੇ ਕੋਈ ਸੇਫ ਜੀ ਥਾਂ ਦੇਖਣੀ ਚਾਹੀਦੀ ਹੈ। ਬਰਾੜੀ ਮੈਦਾਨ ਦੀ ਵੀ ਗੱਲ ਉਦੋਂ ਹੀ ਚੱਲੀ, ਲੇਕਿਨ ਕਿਸਾਨਾਂ ਨੇ 26 ਨਵੰਬਰ ਨੂੰ, ਤੁਹਾਨੂੰ ਪਤਾ ਹੀ ਹੈ ਕਿ ਦਿੱਲੀ 'ਚ ਘਿਰ ਕੇ ਬੈਠਣ ਦੀ ਥਾਂ ਤੇ ਦਿੱਲੀ ਨੂੰ ਘੇਰ ਕੇ ਬੈਠਣ ਦਾ ਫੈਸਲਾ ਲਿਆ ਤੇ ਖੁੱਲੀ ਜੇਲ੍ਹ 'ਚ ਜਾਣ ਦੀ ਥਾਂ ਉਹਨਾਂ ਨੇ ਦਿੱਲੀ ਨੂੰ ਚਾਰੋਂ ਪਾਸੇ ਘੇਰ ਲਿਆ ਤੇ ਉਹ ਫੈਸਲਾ ਮੈਂ ਇਹ ਕਹਿ ਰਿਹਾ ਕਿ ਤੁਸੀਂ ਕਹਿੰਦੇ ਜਗਮੋਹਨ ਇੰਟੈਲੀਜੈਂਸ ਨਾਲ ਇਨ ਟੱਚ ਸੀ, ਇਹ ਯੋਗਿੰਦਰ ਯਾਦਵ ਕਹਿ ਰਹੇ ਨੇ। ਹਾਂ, ਬਿਲਕੁਲ। ਪ੍ਰਾਇਮਰੀ ਸੋਰਸ ਕੋਈ ਨਹੀਂ, ਤੁਹਾਡੇ ਕੋਲ ਸੈਕੰਡਰੀ ਸੋਰਸ ਨੇ। ਹਾਂ, ਜਥੇਬੰਦੀਆਂ ਦੇ ਆਗੂ ਆਮ ਤੌਰ ਤੇ ਇਨ ਟੱਚ ਹੁੰਦੇ ਨੇ ਇੰਟੈਲੀਜੈਂਸ ਦੇ ਨਾਲ। ਹਰ ਮੂਵਮੈਂਟ ਦੇ ਆਗੂ ਇਨ ਟੱਚ ਹੁੰਦੇ ਨੇ ਇੰਟੈਲੀਜੈਂਸ ਦੇ ਨਾਲ, ਏਜੰਸੀਆਂ ਦੇ ਨਾਲ। ਬੂਟਾ ਸਿੰਘ ਹੁੰਦੇ ਨੇ, ਬਿਲਕੁਲ ਹੁੰਦੇ ਨੇ। ਮੈਂ ਮੈਨੂਪਲੇਟਿਵ ਦੀ ਗੱਲ ਕਰ ਰਿਹਾ, ਉਹਦੇ ਅੱਗੇ ਹੀ ਮੈਂ ਦੱਸ ਰਿਹਾ। ਫਿਰ ਜਦੋਂ ਜਗਮੋਹਨ ਤੋਂ ਗੱਲ ਕੀਤੀ ਗਈ ਤਾਂ ਜਗਮੋਹਨ ਮੁੱਕਰ ਗਿਆ ਕਿ ਇਹੋ ਜਿਹਾ ਕੁਝ ਨਹੀਂ ਸੀਗਾ। ਤੇ ਉਸ ਤੋਂ ਇਲਾਵਾ ਬੂਟਾ ਸਿੰਘ ਬੁਰਜਗਿੱਲ ਦੀ ਗੱਲ ਹੋ ਰਹੀ ਹੈ। ਬੂਟਾ ਸਿੰਘ ਬੁਰਜਗਿੱਲ ਮਤਲਬ ਆਫਟਰ ਸ਼ੁਰੂ ਤੋਂ ਹੀ ਉਹ ਇਨ ਟੱਚ ਸੀਗੇ। ਉਹਨਾਂ ਦੇ ਮਿੱਤਰ ਵੀ ਨੇ ਇੱਕ IPS, ਉਹਨਾਂ ਦੇ ਥਰੂ ਉਹ ਇਨ ਟੱਚ ਸੀਗੇ। ਤੇ ਮਤਲਬ ਜਿਹੜਾ ਦਾਰੂ ਦੂਰੂ ਪੀਣ ਦੀ ਗੱਲ ਉਹ ਤਾਂ ਜ਼ਿਆਦਾ ਹੈ, ਚਾਹ ਪਕੌੜੇ ਵਾਲੀ ਗੱਲ ਠੀਕ ਸੱਚ ਹੈ ਕਿ ਚਾਹ ਪਕੌੜੇ ਪੀ ਕੇ ਆਏ ਨੇ ਇਹ ਮੰਤਰੀ ਦੇ ਨਾਲ। ਬਿਲਕੁਲ ਬਿਲਕੁਲ, ਇਹ ਠੀਕ ਹੈ।
ਦਾਰੂ ਤੁਸੀਂ ਕਿਹੜਾ ਉੱਥੇ ਮੌਕੇ ਤੇ ਸੀ ਪੀਤੀ ਹੋਵੇ ਨਾ ਪੀਤੀ ਹੋਵੇ ਤਾਂ ਉਹ ਪਰ ਹਾਂ ਮੌਕੇ ਤੇ ਗਏ ਨੇ। ਬੁਰਜਗਿੱਲ ਤਾਂ ਨਹੀਂ ਕਹਿੰਦੇ ਕਿ ਮੈਂ ਨਹੀਂ ਪੀਂਦਾਗਾ, ਉਹਨਾਂ ਨੇ ਤਾਂ ਨਹੀਂ ਕਿਹਾਗਾ। ਹਾਂ ਹਾਂ ਬਿਲਕੁਲ। ਤੇ ਬੂਟਾ ਸਿੰਘ ਬੁਰਜਗਿੱਲ ਨੇ ਮੈਨੂਪਲੇਟ ਕਰਨ ਦੀ ਵੀ ਕੋਸ਼ਿਸ਼ ਕੀਤੀ ਬਹੁਤ ਥਾਂ ਤੇ। ਜਦੋਂ ਅੰਦੋਲਨ ਤਿੱਖਾ ਹੋ ਰਿਹਾ ਸੀ, ਤੇਜ਼ ਹੋ ਰਿਹਾ ਸੀ, ਉੱਥੇ ਬੂਟਾ ਸਿੰਘ ਬੁਰਜਗਿੱਲ, ਰਾਜੇਵਾਲ ਇਹਨਾਂ ਨੇ ਅੰਦੋਲਨ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਸਟੈਪ ਬਾਈ ਸਟੈਪ ਇਹ ਬਟ ਕੋਈ ਕਾਲ ਦੇ ਦਿੰਦੇ ਸੀਗੇ, ਉਹ ਤੋਂ ਪਿੱਛੇ ਹਟਾਉਣ 'ਚ ਇਹ ਪੂਰਾ ਜ਼ੋਰ ਲਾਉਂਦੇ ਸੀਗੇ। ਤੇ ਸਟੇਟ ਜਿਹੜੀ ਬੋਲੀ ਬੋਲਦਾ ਹੈ, ਜਿਵੇਂ ਅੰਦੋਲਨਾਂ ਬਾਰੇ ਕਿਹਾ ਜਾਂਦਾ ਕਾਲਾ ਦੌਰ, ਇਹ ਤਾਂ ਉਹ ਹੋ ਜੂਗਾ, ਮਾਵਾਂ ਦੇ ਪੁੱਤ ਨਹੀਂ ਮਰੋਣੇ, ਇਹ ਨਹੀਂ ਕਰਾਣੇ, ਮਤਲਬ ਉੱਦਾਂ ਹਰਿਆਣਾ ਪੰਜਾਬ ਇਮੋਸ਼ਨਲ ਤਾਂ ਹੈਗਾ ਹੀ ਹੈ। ਤੁਸੀਂ ਚੱਲਦੇ ਅੰਦੋਲਨ 'ਚ ਜਦੋਂ ਮਤਲਬ ਕੰਟਰਾਡਿਕਸ਼ਨਾਂ ਸ਼ਾਰਪ ਹੋ ਰਹੀਆਂ ਨੇ, ਉਦੋਂ ਤੁਸੀਂ ਇਹੋ ਜਿਹੀ ਚੀਜ਼ਾਂ ਲੈ ਕੇ ਆਓ ਕਿ ਜਿਹੜੇ ਤੁਸੀਂ ਪ੍ਰੋਗਰਾਮ ਦੇ ਰੱਖੇ ਨੇ ਉਹਨਾਂ ਨੂੰ ਪਿੱਛੇ, ਮਤਲਬ KMP ਜਾਮ ਕਰਨ ਦਾ ਪ੍ਰੋਗਰਾਮ ਸੀਗਾ, ਇੱਥੋਂ ਜਾਣ ਮਤਲਬ ਦਿੱਲੀ ਬਾਰਡਰ ਸੀਲ ਕਰਨ ਦੀ ਗੱਲ ਹੋ ਗਈ, KMP ਇੰਡਸਟਰੀਅਲ ਰੋਡ ਸੀਗਾ, ਕਾਰਪੋਰੇਟ ਦੀ ਘੇਰਾਬੰਦੀ ਦੀ ਵੀ ਕਾਲ ਸੀਗੀ। ਪਰ ਰਾਜੇਵਾਲ ਨੇ, ਬੂਟਾ ਸਿੰਘ ਬੁਰਜਗਿੱਲ ਨੇ, ਡੱਲੇਵਾਲ ਨੇ, ਇਹਨਾਂ ਨੇ ਕਿਵੇਂ ਉਸ ਕਦੇ ਵੀ KMP ਜਾਮ ਨਹੀਂ ਹੋਣ ਦਿੱਤਾ। ਉਹ ਵੀ ਮੈਂਸ਼ਨ ਹੈ। ਜ਼ਿਕਰ ਕਰਦੇ ਹੋ ਕਿ ਡੱਲੇਵਾਲ ਤਾਂ ਲੜੇ, ਉਹਨਾਂ ਨਾਲ ਜਿਹੜੀ ਚਿੱਠੀ ਲਿਖੀ ਗਈ ਨਹੀਂ, ਚਿੱਠੀ ਆਖਰ 'ਚ ਆ ਕੇ ਲੜੇ ਨੇ। ਡੱਲੇਵਾਲ ਦਾ ਜਿਹੜਾ ਰੋਲ ਹੈ KMP ਵਾਲੇ ਮਾਮਲੇ 'ਚ, 26 ਵਾਲੇ ਮਾਮਲੇ ਤੇ ਉਹ ਦੇਖਣ ਵਾਲਾ ਹੈਗਾ। ਡੱਲੇਵਾਲ ਬਾਅਦ 'ਚ ਡੱਲੇਵਾਲ ਸ਼ਾਰਪ ਨੇ ਇਹਨਾਂ 'ਚ, ਤੇ ਉਹਨਾਂ ਨੂੰ ਸਮਝ ਆਉਣ ਲੱਗਿਆ ਕਿ ਪੋਲੀਟੀਕਲੀ ਕਰੈਕਟ ਵੀ ਰਹਿਣਾ ਹੁੰਦਾ। ਉੱਦਾਂ ਜਿਹੜੀ 22 ਜਥੇਬੰਦੀਆਂ ਦੀ ਜਿਹੜੀ ਚਿੱਠੀ ਲਿਖਣ ਵਾਲੀ ਹੈ, ਉਹਦੇ 'ਚ ਉਹਨਾਂ ਦਾ ਜਿਹੜਾ ਕਾਕਾ ਕੋਟੜਾ ਹੈਗਾ ਉਹ ਮੀਟਿੰਗ 'ਚ ਸ਼ਾਮਿਲ ਸੀਗਾ, ਉਹ ਵੀ ਗਿਆ ਹੈ। ਜਿਹੜੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ, ਲੋਕਾਂ ਨੂੰ ਨਹੀਂ ਦੱਸਿਆ ਗਿਆ, ਅੰਦੋਲਨ 'ਚ ਨਹੀਂ ਪਤਾ। ਕਾਕਾ ਕੋਟੜਾ ਸ਼ਾਮਿਲ ਸੀ ਡੱਲੇਵਾਲ ਦਾ, ਬਾਅਦ 'ਚ ਡੱਲੇਵਾਲ ਸਾਹਿਬ ਰੋਲਾ ਪਾ ਰਹੇ ਨੇ। ਤੇ 26 ਨੂੰ ਕੀ ਹੋਇਆ ਸੀਗਾ? 26 ਜਨਵਰੀ ਨੂੰ ਵੀ ਕੋਈ ਗੱਲ ਹੋ ਰਹੀ ਸੀ? ਹਾਂ, 26 ਜਨਵਰੀ ਨੂੰ ਮਤਲਬ ਅਮਿਤ ਸ਼ਾਹ ਦਾ ਵੀ ਫੋਨ ਆਇਆ, ਰਾਜਨਾਥ ਸਿੰਘ ਦਾ ਵੀ ਫੋਨ ਆਇਆ, ਤੇ ਜਿਨ੍ਹਾਂ ਬੰਦਿਆਂ ਕੋਲ ਫੋਨ ਆਇਆ ਉਹਨਾਂ 'ਚ ਡੱਲੇਵਾਲ ਤੇ ਰਾਜੇਵਾਲ ਸਾਹਿਬ ਹੀ ਸੀ। ਰਾਜੇਵਾਲ ਸਾਹਿਬ ਨੂੰ ਕਿਹਾ ਗਿਆ ਕਿ ਗਾਂਧੀ ਦਾ ਹਵਾਲਾ ਦੇ ਕੇ ਤੁਸੀਂ ਅੰਦੋਲਨ ਵਾਪਸ ਲਓ। ਜਿਵੇਂ ਚੋਰਾ ਚੋਰੀ 'ਚ ਵਾਇਲੈਂਸ ਹੋ ਗਈ ਸੀਗੀ, ਉਹੀ ਉਹਦਾ ਹੀ ਤੁਸੀਂ ਐਗਜ਼ਾਮਪਲ ਦੇ ਕੇ, ਜਿਵੇਂ ਗਾਂਧੀ ਨੇ ਵੀ ਅੰਦੋਲਨ ਵਾਪਸ ਲੈ ਲਿਆ, ਤੁਸੀਂ ਵੀ ਅੰਦੋਲਨ ਵਾਪਸ ਲੈ ਲਓ। VM ਸਿੰਘ ਨੇ ਅੰਦੋਲਨ ਵਾਪਸ ਲਿਆ ਵੀ। ਜਿਹੜਾ ਸ਼ਿਵ ਕੁਮਾਰ ਕੱਕਾ ਹੈਗਾ ਉਹ ਪਲਵਲ ਬਾਰਡਰ ਤੋਂ ਉੱਥੋਂ ਛੱਡ ਕੇ ਭੱਜਿਆ ਵੀ। ਹੋਰ ਵੀ ਕਈ ਆਗੂ ਇੱਧਰ ਉੱਧਰ ਹੋਏ। ਚਿੱਲਾ ਬਾਰਡਰ ਤੋਂ ਜਿਹੜਾ ਠਾਕਰ ਸੀਗਾ ਉਹ ਵੀ ਮੁੜ ਕੇ ਗਿਆ ਹੀ ਹੈ UP। ਪਰ ਇੱਥੇ ਵੀ ਜਦੋਂ 26 ਸ਼ਾਮ ਨੂੰ ਜਦੋਂ ਏਜੰਡਾ ਖੁੱਲ੍ਹਦਾ ਹੈ, ਤੇ ਡੱਲੇਵਾਲ ਰਾਜੇਵਾਲ ਨੇ ਇਹ ਗੱਲ ਹਜੇ ਅੱਧੀ ਬੋਲੀ ਸੀ ਕਿ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ। ਤੇ ਹਰਿਆਣੇ ਵਾਲੇ ਜਥੇਬੰਦੀਆਂ ਨੇ 26 ਜਨਵਰੀ 'ਚ ਵਾਲੇ ਮਾਮਲੇ ਤੇ ਖਾਸਾ ਵਿਰੋਧ ਕੀਤਾ, ਪੰਜਾਬ ਵਾਲੇ ਜਥੇਬੰਦੀਆਂ ਦੇ, ਜਿਹੜੇ ਕਿ ਸਟੈਂਡ ਇਹ ਲੈ ਰਹੇ ਸੀ। ਮਤਲਬ ਜਿਹੜੇ ਕਿਸਾਨ ਦਿੱਲੀ ਗਏ ਉਹਨਾਂ ਨੂੰ ਇਹ ਸਰਦਾਰ ਗੱਦਾਰ ਇਸ ਕਿਸਮ ਦੀ ਜਿਹੜੀ ਸਟੇਟਮੈਂਟਾਂ ਪਾਸ ਕਰੇ ਸੀ, ਹਰਿਆਣੇ ਵਾਲਿਆਂ ਨੇ ਵਿਰੋਧ ਕੀਤਾ ਇਹਨਾਂ ਆਗੂਆਂ ਦਾ, ਹਰਿਆਣੇ ਦੇ ਆਗੂਆਂ ਨੇ। ਉਸ ਤੋਂ ਬਾਅਦ ਹੀ ਇਹਨਾਂ ਨੇ ਮਾੜੇ ਮੋਟੇ ਸਟੈਂਡ ਲੈਣੇ ਸ਼ੁਰੂ ਕੀਤੇ। ਤੁਹਾਨੂੰ ਜਿਹੜੇ ਸਰਦਾਰ ਗੱਦਾਰ ਵਾਲੀਆਂ ਸਟੇਟਮੈਂਟਾਂ ਆਈਆਂ, ਹਾਂ, ਉਹ ਤੇ ਰਿਐਕਸ਼ਨ ਚੋਂ ਆਈਆਂ ਨਾ, ਜਾਂ ਉਹ ਨਹੀਂ ਰਿਐਕਸ਼ਨ ਚੋਂ ਨਹੀਂ, ਰਿਐਕਸ਼ਨ ਸਟੇਟ ਨੇ ਕਿਹਾ ਦਿਓ ਇਹ। ਮੈਂ ਇਹ ਮੰਨਦਾ ਕਿ ਕੋਈ ਵੀ ਚੀਜ਼ ਰਿਐਕਸ਼ਨ 'ਚ ਨਹੀਂ ਹੁੰਦੀ। ਤੁਹਾਨੂੰ ਇੱਕ ਮੈਸੇਜ ਪਾਸ ਕੀਤਾ ਜਾਂਦਾ ਹੈ ਅੰਦੋਲਨ ਦੌਰਾਨ, ਤੇ ਜੇ ਉਹ ਏਜੰਸੀਆਂ ਰੋ ਜਾਂ ਫਿਰ ਸਰਕਾਰ ਦਾ ਕੋਈ ਨੁਮਾਇੰਦਾ ਉਹ ਮੈਸੇਜ ਪਾਸ ਕਰਦਾ, ਤੇ ਤੁਸੀਂ ਵੀ ਸਟੇਜ 'ਤੇ ਜਾ ਕੇ ਉਸੇ ਮੈਸੇਜ ਨੂੰ ਪ੍ਰੋਪੇਗੇਟ ਕਰਦੇ ਹੋ, ਤਾਂ ਇਟ ਮੀਨਸ ਇਹ ਇੱਕ ਪੂਰਾ ਚੈਨਲ ਬਣਦਾ ਹੈ। ਇਹਨੂੰ ਤੁਸੀਂ ਰਿਐਕਸ਼ਨ ਨਹੀਂ ਕਹਿ ਸਕਦੇ। ਤੁਸੀਂ ਜੋ ਕਿਸਾਨ ਅੰਦੋਲਨਾਂ ਨੇ ਬੋਲਿਆ ਉਹ ਏਜੰਸੀਆਂ ਨੇ ਬੁਲਵਾਇਆ ਉਹਨਾਂ ਤੋਂ। ਮੈਨੂੰ ਲੱਗਦਾ ਹੈ ਕਿ 27 ਨੂੰ ਜੋ ਬੋਲੇ ਕਿਸਾਨ ਆਗੂ, ਹਾਂ ਜੀ, ਸਟੇਜ ਤੇ ਜਿਹੜੇ 27 ਨੂੰ ਜਿਹੜੀ ਵਾਇਲੈਂਸ ਦੀ ਗੱਲ, ਮਤਲਬ ਮੈਨੂੰ ਇੱਕ ਇਹ ਵੀ ਹੈਰਾਨੀ ਹੁੰਦੀ ਹੈ ਕਿ ਜਿਹੜੀ ਵਾਇਲੈਂਸ ਹੈ ਉਹ ਸਰਕਾਰ ਵੱਲੋਂ ਹੋਈ, ਜਿਹਦੇ 'ਚ ਨਵਰੀਤ ਸਿੰਘ ਮਾਰਿਆ ਗਿਆ। ਤੇ ਜਿਹੜਾ ਗਾਂਧੀ ਦਾ ਚਸ਼ਮਾ ਅਪਣਾਉਣ ਦੀ ਗੱਲ ਸੀਗੀ, ਉਹ ਆਗੂਆਂ ਨੂੰ ਕਿਉਂ, ਮਤਲਬ ਕਿਸਾਨਾਂ ਨੂੰ ਕਿਉਂ ਪਹਿਨਾਇਆ ਜਾ ਰਿਹਾ ਸੀ? ਉਹ ਤਾਂ ਸਰਕਾਰ ਨੂੰ ਪਹਿਨਾਇਆ ਜਾਣਾ ਚਾਹੀਦਾ ਸੀ। ਗਾਂਧੀ ਦੀ ਤਾਂ ਗੱਲ ਸਰਕਾਰ ਤੇ ਲਾਗੂ ਹੋਣੀ ਚਾਹੀਦੀ ਸੀ, ਪਹਿਲਾਂ ਸਰਕਾਰ ਹੀ ਦੇਖ ਰਹੀ। ਇਹਦੇ ਤੇ ਸਭ ਤੋਂ ਮੈਚੋਰ ਸਟੇਟਮੈਂਟ ਪਹਿਲਾਂ ਸ਼ਰਦ ਪਵਾਰ ਦੀ ਆਈ, ਉਸ ਤੋਂ ਬਾਅਦ ਬਾਕੀ ਪੋਲੀਟੀਕਲ ਜਿਹੜੀ ਮੇਨ ਸਟ੍ਰੀਮ ਪੋਲੀਟੀਕਲ ਪਾਰਟੀਆਂ ਸੀ ਉਹਨਾਂ ਨੇ ਦਿੱਤੀ। ਤੇ ਕੁਝ ਜਥੇਬੰਦੀਆਂ ਨੇ ਪੋਲੀਟੀਕਲੀ ਮੈਚੋਰਲੀ ਬਿਹੇਵ ਕਰਨ ਦੀ ਕੋਸ਼ਿਸ਼ ਕੀਤੀ। ਇੱਦਾਂ ਨਹੀਂ ਮੋਰਚੇ 'ਚ ਸਾਰੇ ਹੀ ਉਹੀ ਸੁਰਾਂ 'ਚ ਬੋਲ ਰਹੇ ਸੀਗੇ। ਮੋਰਚੇ 'ਚ ਮਤਲਬ 2 ਲਾਈਨ ਸਟਰਗਲ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਮੋਰਚੇ ਦੇ ਅੰਦਰ ਵੀ ਬਹੁਤ ਸਾਰੀ ਡਿਬੇਟਾਂ ਸੀਗੀਆਂ। ਇੱਕ ਸੈਕਸ਼ਨ ਇਹੋ ਜਿਹਾ ਸੀਗਾ ਜਿਹੜਾ ਕਿ ਇਹਨਾਂ ਲੀਡਰਸ਼ਿਪ ਨੂੰ ਲਗਾਤਾਰ ਕੁਐਸਚਨ ਕਰ ਰਿਹਾ ਸੀਗਾ। ਉਹਨਾਂ ਨੂੰ ਗੱਦਾਰ, ਮਤਲਬ ਜਿਹੜਾ ਗੱਦਾਰ ਕਿਹਨਾਂ ਨੂੰ ਕਿਹਾ ਗਿਆ ਸਟੇਜ ਤੋਂ, ਇਹੋ ਜਿਹੇ ਸੈਕਸ਼ਨ ਨੂੰ ਹੀ ਗੱਦਾਰ ਕਿਹਾ। ਜਿਹੜਾ ਆਲੋਚਨਾਤਮਕ ਅਧਿਐਨ ਕਰ ਰਹੇ, ਜਿਹੜਾ ਆਲੋਚਨਾਤਮਕ ਇੱਕ ਪੱਖ ਰੱਖ ਰਹੇ ਸੀ। ਬਿਲਕੁਲ ਉਹਨਾਂ ਨੂੰ ਸੀਗਾ ਵੀ ਭਗਤੀ ਭਾਵ 'ਚ ਸਾਰੀ ਤੁਸੀਂ ਮਹਿਮਾ ਕਰੋ। ਬਿਲਕੁਲ, ਮਤਲਬ ਇੱਕ ਇਹਦੇ 'ਚ ਇਹ ਵੀ ਹੁੰਦਾ, ਕੋਈ ਵੀ ਸਟਰਗਲ ਚੱਲਦਾ ਤੇ ਲੀਡਰਸ਼ਿਪ ਕੁਐਸਚਨੇਬਲ ਹੁੰਦੀ ਹੈ। ਉਹ ਇਸ ਕਰਕੇ ਹੁੰਦੀ ਹੈ ਕਿਉਂਕਿ ਮੂਵਮੈਂਟ ਅੱਗੇ ਵੀ ਵਧਾਉਣਾ ਹੁੰਦਾ, ਤੇ ਸੈਲਫ ਕ੍ਰਿਟਿਸਿਜ਼ਮ ਨਾਲ ਹੀ ਚੀਜ਼ਾਂ ਅੱਗੇ ਬਿਲਡ ਹੁੰਦੀਆਂ ਨੇ। ਮਤਲਬ ਤੁਸੀਂ ਸੈਲਫ ਕ੍ਰਿਟਿਸਿਜ਼ਮ ਕਰੋਗੇ ਨਹੀਂ, ਤੁਸੀਂ ਭਗਤੀ ਭਾਵ 'ਚ, ਮਤਲਬ ਉਹ ਕੋਈ
ਕਿਸੇ ਬਾਬੇ ਦਾ ਸਤਸੰਗ ਨਹੀਂ ਚੱਲ ਰਿਹਾ ਸੀਗਾ, ਉੱਥੇ ਪੂਰੇ ਕੌਮ ਦੇ ਰਿਸੋਰਸਿਸ, ਪੂਰੇ ਕੌਮ ਦੇ ਮਤਲਬ ਚੀਜ਼ਾਂ ਦਾਅ ਤੇ ਲੱਗੀਆਂ ਹੋਈਆਂ ਸੀਗੀਆਂ। ਮਤਲਬ ਕਿਸਾਨ ਕੌਮ ਤੁਸੀਂ ਦੇਖੋਗੇ ਹਰਿਆਣੇ ਪੰਜਾਬ ਦੀ ਤਨੋ ਮਨੋ ਧਨੋ ਜੁਟੀ ਹੋਈ ਸੀ। ਤੇ ਐਡੀ ਵੱਡੀ ਚੀਜ਼ ਤੇ ਮਤਲਬ ਜੇ ਕੋਈ ਮੈਨੂਪਲੇਟਿਵ ਹੋ ਰਿਹਾ ਸਟੇਟ ਦੇ ਐਂਗਲ ਤੋਂ, ਮੈਨੂਪਲੇਸ਼ਨ ਕਰਨ ਦੀ ਕੋਸ਼ਿਸ਼ ਕਰੇ ਅੰਦੋਲਨ ਨੂੰ, ਤਾਂ ਉਹ ਕੁਐਸਚਨੇਬਲ ਹੁੰਦਾ ਹੈ, ਉਹਦੇ ਤੋਂ ਕੁਐਸਚਨ ਪੁੱਛੇ ਜਾ ਸਕਦੇ ਨੇ। ਤੇ ਇਹ ਮਤਲਬ ਮੈਨੂੰ ਲੱਗਦਾ ਕਿ ਇਹ ਜਿਹੜੇ ਲੋਕ ਕਰ ਰਹੇ ਸੀ ਉਹਨਾਂ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਹੋਈ। ਮਤਲਬ ਤੁਸੀਂ ਦੇਖੋ ਉਸ ਤੋਂ ਬਾਅਦ ਫਰਵਰੀ 'ਚ ਮੋਰਚੇ 'ਚ ਨੌਜਵਾਨਾਂ ਨੇ ਕੀ ਕੀਤਾ, ਇਹਨਾਂ ਦਾ ਵਿਰੋਧ ਹੀ ਕੀਤਾ। ਤੇ ਇਹਨਾਂ ਨੂੰ ਮਤਲਬ ਪਹਿਲਾਂ ਇਹ ਨਵਰੀਤ ਸਿੰਘ ਨੂੰ ਸ਼ਹੀਦ ਨਹੀਂ ਮੰਨ ਰਹੇ ਸੀਗੇ, ਇਹਨਾਂ ਤੋਂ ਸ਼ਹੀਦ ਮਨਵਾਇਆ। ਫਿਰ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਨਹੀਂ ਕਰ ਰਹੇ ਸੀਗੇ, ਉਹ ਕਰਵਾਇਆ। ਇਸ ਤੋਂ ਬਾਅਦ ਮੋਰਚੇ 'ਚ ਲੋਕਾਂ ਨੂੰ ਕੱਢਣ ਦੀ ਗੱਲ ਸੀਗੀ, ਉਹ ਹੋਲਡ ਕਰਾਈ। ਤੇ ਇਹ ਜਿਹੜੇ ਗ੍ਰਿਫਤਾਰ ਕਿਸਾਨ ਸੀ ਉਹਨਾਂ ਦੇ ਕੋਈ ਸਟੈਂਡ ਨਹੀਂ ਲੈ ਰਹੇ ਸੀ, ਉਹਨਾਂ ਤੇ ਇਹਨਾਂ ਨੂੰ ਸਟੈਂਡ ਲੈਣਾ ਪਿਆ। ਉਹਨਾਂ ਦੇ ਰਿਲੀਫ ਵਾਸਤੇ ਕਮੇਟੀ ਬਣਾਉਣੀ ਪਈ। ਤੇ ਮਜ਼ਦੂਰ ਆਗੂ ਜਿਹੜੀ ਨਵਦੀਪ ਕੌਰ ਤੇ ਉਹਨਾਂ ਤੇ ਸਟੈਂਡ ਨਹੀਂ ਲੈ ਰਹੇ ਸੀ, ਉਹਨਾਂ ਤੇ ਇਹਨਾਂ ਨੂੰ ਸਟੈਂਡ ਲੈਣਾ ਪਿਆ। ਮਤਲਬ ਜਿਹੜੀ ਪੈਰਲਲ ਮੋਰਚੇ 'ਚ ਵੀ ਪੈਰਲਲ ਜਿਹੜੀ ਵਾਇਸਾਂ ਸੀਗੀਆਂ, ਜਿਹੜੀ ਆਵਾਜ਼ ਚੁੱਕ ਰਹੇ ਸੀ, ਉਹਨਾਂ ਕਰਕੇ ਇਹਨਾਂ ਨੂੰ ਪੋਲੀਟੀਕਲੀ ਕਰੈਕਟ ਵੀ ਹੋਣਾ ਪਿਆ ਜਦੋਂ ਇਹ ਮੈਨੂਪਲੇਟਿਵ ਸੀ। ਤੁਹਾਡੇ ਤੋਂ ਇਹ ਮੰਨੀਏ ਕਿ ਏਜੰਸੀਆਂ ਮੋਰਚਾ ਚਲਾ ਰਹੀਆਂ ਸੀ, ਏਜੰਸੀਆਂ ਇੱਕ ਵੱਡੀ ਧਿਰ ਨੂੰ ਚਲਾ ਰਹੀਆਂ ਸੀ, ਮਤਲਬ ਜਿਵੇਂ ਤੁਸੀਂ ਗੱਲ ਕਰ ਰਹੇ ਹੋਗੇ ਕਿ ਵੱਡੀ ਧਿਰ ਨੂੰ ਜਾਂ ਵੱਡੇ ਚਿਹਰਿਆਂ ਨੂੰ ਏਜੰਸੀਆਂ ਚਲਾ ਰਹੀਆਂ ਸੀ। ਮਤਲਬ ਮੈਨੂੰ ਇਹ ਲੱਗਦਾ ਕਿ ਦੇਖੋ ਕੋਈ ਵੀ ਅੰਦੋਲਨ ਹੁੰਦਾ, ਜਿਹੜਾ ਵੀ ਅੰਦੋਲਨਾਂ ਨੂੰ ਪੜ੍ਹਦਾ ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਰੂਲਿੰਗ ਕਲਾਸ ਲੀਡਰਸ਼ਿਪ ਵੀ ਹੁੰਦੀ ਹੈ ਅੰਦੋਲਨਾਂ 'ਚ, ਜਿਹੜੀ ਕਿ ਸਿਰਫ ਰੂਲਿੰਗ ਕਲਾਸ ਦੇ ਫਰੇਮਵਰਕ ਦੇ ਅਕੋਰਡਿੰਗ ਹੀ ਅੰਦੋਲਨਾਂ ਨੂੰ ਦੇਖਦੀ ਹੈ। ਠੀਕ ਹੈ, ਮੈਨੂੰ ਲੱਗਦਾ ਕਿ ਰੈਜ਼ਿਸਟੈਂਸ ਕੋਈ ਵੀ ਮੂਵਮੈਂਟ ਹੋਵੇ ਉਹ ਰੂਲਿੰਗ ਕਲਾਸ ਦੇ ਨੈਰੇਟਿਵ ਤੋਂ ਨਹੀਂ ਦੇਖਿਆ। ਮਤਲਬ ਹੁਣ ਇੱਦਾਂ ਦੇ ਵੀ ਲੋਕ ਸੀਗੇ ਜਿਹੜੇ ਕਹਿੰਦੇ ਸੀਗੇ ਆਪਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਤਾਂ ਆਪਾਂ ਸਰਕਾਰ ਤੋਂ ਪਰਮਿਸ਼ਨ ਲੈ ਲਈਏ। ਤੇ ਮਤਲਬ ਕਈ ਇੱਦਾਂ ਦੇ ਲੋਕ ਵੀ ਸੀਗੇ ਜਿਹੜੇ ਕਹਿੰਦੇ ਸੀ ਸਾਨੂੰ ਸਰਕਾਰ ਤੋਂ ਪਰਮਿਸ਼ਨ ਲੈਣ ਦੀ ਕੀ ਲੋੜ। ਜਿਵੇਂ ਕਿਸਾਨ ਸੰਸਦ ਸੀਗੀ, ਉਹ ਸਰਕਾਰ ਦੀ ਪਰਮਿਸ਼ਨ ਨਾਲ ਹੋਇਆ ਕਿ ਤੁਸੀਂ 200 ਬੰਦੇ ਜਾਓਗੇ, ਇਹ ਕਰੋਗੇ, ਉਹ ਕਰੋਗੇ। ਜਿਹੜਾ 26 ਜਨਵਰੀ ਨੂੰ ਜਿਹੜਾ ਰੂਟ ਲੈ ਕੇ ਆਏ ਦਿੱਲੀ ਪੁਲਿਸ ਨਾਲ ਜਿਹੜਾ ਤੈਅ ਹੋਇਆ, ਤੇ ਉਹਦੇ 'ਚ ਕੀ ਸੀਗਾ, ਉਹ ਕੀ ਬੌਂਡ ਸਾਈਨ ਕਰਕੇ ਆਏ। ਤੇ ਬਾਅਦ 'ਚ ਮੈਂ ਜਦੋਂ ਸਵਾਲ ਪੁੱਛਿਆ 23 ਜਨਵਰੀ ਤੁਸੀਂ ਪ੍ਰੈਸ ਕਾਨਫਰੰਸ ਦੇਖੋ ਸ਼ਾਮ ਨੂੰ, ਮੈਂ ਸਵਾਲ ਪੁੱਛਿਆ ਕਿ ਤੁਸੀਂ ਇੱਕ ਬੌਂਡ ਤੇ ਸਾਈਨ ਕਰਕੇ ਆਏ ਜਿਹਦੇ 'ਚ ਇਹ ਲਿਖਿਆ ਹੋਇਆ, ਇਹ ਮੁੱਕਰ ਗਏ। ਬਾਅਦ 'ਚ ਦਿੱਲੀ ਪੁਲਿਸ ਨੇ ਮੈਨੂੰ ਉਹ ਬੌਂਡ ਵੀ ਦਿਖਾਇਆ ਕਿ ਇਹ ਬੌਂਡ ਰਿਹਾ, ਬੌਂਡ ਤੇ ਸਾਈਨ ਕਰਕੇ ਆਏ ਸੀ। ਅਗਲੇ ਦਿਨ ਇੰਡੀਅਨ ਐਕਸਪ੍ਰੈਸ ਦਾ ਹਿੰਦੂ ਸਾਰਿਆਂ ਦੀ ਹੈਡਲਾਈਨ ਸੀਗੀ ਉਹ ਕਿ ਇਹਨਾਂ ਨੇ ਬੌਂਡ ਸਾਈਨ ਕੀਤਾ ਹੈ ਉਹਨਾਂ ਨਾਲ, ਦਿੱਲੀ ਪੁਲਿਸ ਨਾਲ। ਤੇ ਮਤਲਬ ਮੈਂ ਇਹੀ ਕਹਿ ਰਿਹਾ ਕਿ ਜਦੋਂ ਤੁਸੀਂ ਪਰਮਿਸ਼ਨਾਂ 'ਚ ਪੈ ਜਾਂਦੇ ਹੋ, ਤੁਸੀਂ ਦਿਖਾਵਟੀ ਜਿਵੇਂ ਅੰਨਾ ਅੰਦੋਲਨ ਪਰ ਮਨਦੀਪ ਐ ਹੁੰਦਾ, ਤੁਸੀਂ ਆਪਾਂ ਬਾਹਰੋਂ, ਤੁਸੀਂ ਜਰਨਲਿਸਟ ਹੋ, ਮੈਂ ਜਰਨਲਿਸਟ, ਆਪਾਂ ਬਾਹਰੋਂ ਦੇਖ ਰਹੇ ਹਾਂ, ਜਿਹੜਾ ਬੰਦਾ ਲੜ ਰਿਹਾ ਹੁੰਦਾ ਹਾਂ ਉਹਨੂੰ ਜਿਹੜੀ ਸਭ ਤੋਂ ਬੈਸਟ ਪੋਜੀਸ਼ਨ ਲੈਂਦੀ ਹੁੰਦੀ ਹੈ ਕਈ ਵਾਰ ਉਹ ਲੈ ਲੈਂਦਾ ਹੈਗਾ। ਹਾਂ ਬਿਲਕੁਲ, ਮਤਲਬ ਬਾਹਰੋਂ ਬਹਿ ਕੇ ਚੀਜ਼ਾਂ ਆਲੋਚਨਾ ਕਰਨੀ ਤੇ ਸਿਸਟਮ ਨੂੰ ਚਲਾਉਣਾ ਦੋ ਅਲੱਗ ਗੱਲਾਂ ਨੇ। ਮੈਂ ਦੋ ਅਲੱਗ, ਹਾਂ, ਪਰ ਜਿਹੜੇ ਸਿਸਟਮ ਚਲਾ ਰਹੇ ਸੀ ਉਹਨਾਂ ਨੂੰ ਲੱਗਦਾ ਉਹ ਸ਼ਾਇਦ ਬੈਸਟ ਪੋਜੀਸ਼ਨ ਹੈ। ਯਾਰ ਆਪਾਂ ਸੰਕੇਤਕ, ਹੁਣ ਧਰਨਾ ਇਹ ਤਾਂ ਹੈ ਨਹੀਂ ਸੀ ਕੋਈ ਧਰਨਾ ਰੈਵੋਲੂਸ਼ਨ ਹੋ ਰਿਹਾ, ਧਰਨਾ ਤਾਂ ਇਸੇ ਲਈ ਸੀਗਾ ਕਿ ਇੱਕ ਪ੍ਰੋਟੈਸਟ ਹੋ ਰਿਹਾ ਜਿਹਦੇ 'ਚ ਅਸੀਂ ਸਰਕਾਰ ਤੇ ਦਬਾਅ ਬਣਾਉਣਾਗਾ, ਸਾਡੇ ਬਿੱਲ ਵਾਪਸ, ਜਿਹੜੇ ਕਾਲੇ ਬਿੱਲਾਂ ਨੂੰ ਵਾਪਸ ਲੈ ਨਹੀਂ। ਇਹਦੇ 'ਚ ਇੱਕ ਗੱਲ ਹੈ, ਸਰਕਾਰ ਤਾਂ ਪਹਿਲਾਂ ਹੀ ਕਹਿ ਰਹੀ ਸੀ ਕਿ ਤੁਸੀਂ ਬਾਰਡਰ ਕ੍ਰਾਸ ਨਾ ਕਰੋ, ਤੁਹਾਡੇ ਬੰਦੇ ਭੇਜ ਦਿਓ, ਅਸੀਂ ਮੀਟਿੰਗ ਕਰਾ ਦਾਂਗੇ। ਫਿਰ ਤੁਸੀਂ ਬਾਰਡਰ ਕ੍ਰਾਸ ਕਰਕੇ ਦਿੱਲੀ ਕਿਉਂ ਗਏ? ਸਰਕਾਰ ਤਾਂ ਕਹਿ ਰਹੀ ਸੀ ਬਰਾੜੀ ਮੈਦਾਨ ਆ ਜਾਓ, ਫਿਰ ਤੁਸੀਂ ਬਰਾੜੀ ਮੈਦਾਨ ਕਿਉਂ ਨਹੀਂ ਗਏ? ਮਤਲਬ ਸਰਕਾਰ ਦੇ ਅਕੋਰਡਿੰਗ ਤਾਂ ਤੁਸੀਂ ਕੋਈ ਰੈਜ਼ਿਸਟੈਂਸ ਮੂਵਮੈਂਟ ਨਹੀਂ ਚਲਾਣੀ ਹੁੰਦੀ। ਤੇ ਦਬਾਓ ਉਦੋਂ ਤੱਕ ਹੀ ਸਰਕਾਰ। ਬਰਾੜੀ ਕੌਣ ਲੈ ਜਾਣਾ ਚਾਹੁੰਦਾ ਸੀ ਤੁਸੀਂ ਕਹਿੰਦੇ ਹੋ? SKM ਜਗਮੋਹਨ ਲੈ ਜਾਣਾ ਚਾਹੁੰਦਾ ਸੀ ਜੀ, ਜੋਗਿੰਦਰ ਯਾਦਵ ਜੀ, VM ਸਿੰਘ, ਰਾਜੇਵਾਲ, ਡੱਲੇਵਾਲ, ਇਹ ਸਾਰੇ, ਦਰਸ਼ਨਪਾਲ ਵੀ। ਮਤਲਬ ਜਿਹੜੀ SKM ਦੀ ਕਮੇਟੀ ਸੀਗੀ 7 ਮੈਂਬਰੀ ਰਾਸ਼ਟਰੀ ਤਾਲਮੇਲ ਕਮੇਟੀ, ਈਵਨ ਗੁਰਨਾਮ ਸਿੰਘ ਝੜੂਨੀ ਵੀ ਰਾਜੀ ਸੀਗਾ, ਉਹਨੇ ਤਾਂ ਮਤਲਬ ਉੱਥੇ ਰੌਲਾ ਵੀ ਪਾਇਆ। ਰਾਜੇਵਾਲ ਸਟੇਜ ਤੇ ਗਿਆ ਤੇ ਉਹਦਾ ਵਿਰੋਧ ਹੋ ਗਿਆ। ਰਾਜੇਵਾਲ ਨੇ ਅਨਾਉਂਸ ਕਰਤਾ ਸੀ ਹੁਣ ਅਸੀਂ ਬਰਾੜੀ ਮੈਦਾਨ ਜਾਵਾਂਗੇ 27 ਤਰੀਕ ਨੂੰ, ਜਦੋਂ ਇੱਥੇ ਸਿੰਘੂ ਤੇ ਲੋਕਾਂ ਨੇ, ਨੌਜਵਾਨਾਂ ਨੇ ਰੌਲਾ ਪਾਤਾ। ਉਸ ਤੋਂ ਬਾਅਦ ਹੀ ਰਾਜੇਵਾਲ ਨੂੰ ਹੀ ਉੱਥੋਂ ਗਦਾਰ ਕਿਹਾ ਗਿਆ ਤੇ ਇਸ ਕਰਕੇ ਰਾਜੇਵਾਲ ਥੱਲੇ ਸਟੇਜ ਤੋਂ ਗਏ ਨੇ। ਤੇ ਮਤਲਬ ਇੱਕ ਇਹ ਵੀ ਹੈ ਕਿ ਗਦਾਰ ਵਾਲਾ ਟੈਗ ਦੋਨੇ ਪਾਸੇ ਤੁਸੀਂ ਕਹਿੰਦੇ ਹੋ, ਦੇਖੋ ਇੱਧਰੋਂ ਲੱਗਦਾ ਚਾਹੇ ਉਧਰੋਂ ਲੱਗਦਾ। ਤੁਸੀਂ ਕਹਿੰਦੇ ਹੋ ਮੋਰਚੇ ਤੋਂ ਲੈ ਗਈ ਸਰਦਾਰ ਨੇ ਗਦਾਰ, ਚਾਹੇ ਇੱਧਰੋਂ ਗਦਾਰ ਕਹਿ ਦੋ। ਮਤਲਬ ਇੰਨਾ ਸੌਖਾ ਤੇ ਸਸਤਾ ਸ਼ਬਦ ਹੋ ਗਿਆ, ਜਿਹਨੂੰ ਮਰਜ਼ੀ ਕਹਿ ਦੋ। ਕੋਈ ਤੁਹਾਡੇ ਕੋਲ ਕੋਈ ਪ੍ਰਾਇਮਰੀ ਸੋਰਸ ਨਹੀਂ, ਕੋਈ ਗੱਲ, ਜਿਹਨੂੰ ਮਰਜ਼ੀ ਕਹੀ ਚਲੋ। ਨਹੀਂ, ਉਸ 'ਚ ਇੱਕ ਦਿੱਕਤ ਇਹ ਹੁੰਦੀ ਹੈ ਕਿ ਮਤਲਬ ਜਦੋਂ ਰਾਜੇਵਾਲ ਨੂੰ ਵੀ ਕਹਿਤਾ ਤੇ ਉਧਰੋਂ ਰਾਜੇਵਾਲ ਹੋਰਾਂ ਨੇ ਵੀ ਇਹਨਾਂ ਨੂੰ ਕਹਿਤਾ, ਉਧਰੋਂ 27 ਨੂੰ ਇਹ ਵੀ ਕਿਹਾ ਗਿਆ ਸਰਦਾਰ ਨੇ ਗਦਾਰ ਨੇ ਸਾਰੇ ਜਿਹੜੇ ਬਿਲਕੁਲ ਕਿਹਾ ਗਿਆ। ਅਤੇ ਉਹ ਕਿਹਦੀ ਬੋਲੀ ਸੀਗੀ ਉਹ ਮਤਲਬ ਇਹ ਦੇਖੋ GTV ਆਜ ਤੱਕ ਇਹ ਸਾਰੇ ਕੀ ਚਲਾ ਰਹੇ ਸੀਗੇ, ਖਾਲਿਸਤਾਨੀ ਝੰਡਾ ਚੜਾਤਾ, ਇਹ ਕਰਤਾ, ਇਹ ਗੱਦਾਰ ਨੇ ਸਰਦਾਰ ਨਹੀਂ, ਇਹੀ ਕਹਿ ਰਹੇ ਸੀ। ਇਹੀ ਜੇ ਲੀਡਰ ਸਟੇਜ ਤੋਂ ਚੜ੍ਹ ਕੇ ਬੋਲ ਦੂਗਾ ਤੇ ਤੁਹਾਨੂੰ ਕੋਈ ਸ਼ੱਕ ਨਹੀਂ ਹੋਊਗਾ। ਆਪਾਂ ਤੇ ਤੁਸੀਂ ਤੇ ਮੈਂ ਵੀ ਜਰਨਲਿਸਟ ਹਾਂ, ਆਪਾਂ ਨੂੰ ਪਤਾ ਹੈ ਕਿ ਜਰਨਲਿਜ਼ਮ ਇੱਕ ਰੂਲਿੰਗ ਕਲਾਸ ਟੂਲ ਹੈਗਾ। ਰੂਲਿੰਗ ਕਲਾਸ ਵਰਤਦੀ ਹੈ ਜਰਨਲਿਸਟਾਂ ਨੂੰ ਤੇ ਮੇਨ ਸਟ੍ਰੀਮ ਮੀਡੀਆ ਤੋਂ ਵਰਤਦੀ ਹੈ। ਤੇ ਜੀ ਨਿਊਜ਼ ਜਿਹੜਾ ਉਹਨਾਂ ਦੀ ਗੋਦੀ ਮੀਡੀਆ ਹੈਗੀ ਆ, ਉਹਦੀ ਬੋਲੀ ਜੇ ਆਗੂ ਸਟੇਜ ਤੋਂ ਚੜ੍ਹ ਕੇ ਬੋਲਣਗੇ ਤੁਹਾਨੂੰ ਸ਼ੱਕ ਨਹੀਂ ਹੋਊਗਾ। ਜਦੋਂ
ਜਦੋਂ ਆਪਾਂ ਉਹਨੂੰ ਚੈੱਕ ਕਰਦੇ ਹਾਂ ਕਿ ਇਹ ਬੋਲੀ ਕਿਉਂ ਬੋਲੀ ਜਾ ਰਹੀ ਹੈ, ਫਿਰ ਪਤਾ ਲੱਗਦਾ ਕਿ HM ਦਾ ਵੀ ਫੋਨ ਆਇਆ, ਰਾਜਨਾਥ ਸਿੰਘ ਦਾ ਵੀ ਫੋਨ ਆਇਆ, ਹੋਰ ਬਾਕੀ ਜਿਹੜੇ ਸੈਕਟਰੀਆਂ ਦੇ, ਏਜੰਸੀਆਂ ਦੇ, ਰਾਅ ਦੇ ਚੀਫ ਦੇ, ਇਹਨਾਂ ਦੇ ਵੀ ਫੋਨ ਆ ਰਹੇ ਸੀਗੇ ਤੇ ਉਹ ਜਿਹੜੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਇਸ ਸਟੇਜ ਤੋਂ ਜਾ ਕੇ ਬੋਲ ਰਹੇ ਸੀ। ਇਟ ਮੀਨਸ ਮਤਲਬ ਤੁਸੀਂ ਚਾਹੇ ਤਾਂ ਕੌਨਸ਼ੀਅਸਲੀ ਚੀਜ਼ਾਂ ਨੂੰ ਤੁਸੀਂ ਸਮਝ ਨਹੀਂ ਪਾ ਰਹੇ ਸੀਗੇ, ਤੁਹਾਡੀ ਕੈਪੈਸਿਟੀ ਨਹੀਂ ਸੀ ਪਰ ਇੰਨੀ। ਪੋਜੀਸ਼ਨ ਵੀ ਤਾਂ ਸੀ ਮਨਦੀਪ, ਤੁਹਾਨੂੰ ਵੀ ਹਾਂ, ਮੈਂ ਇਹ ਕਹਿ ਰਿਹਾ। ਉੱਥੇ ਇੱਕ ਕਾਮਰੇਡਾਂ ਦਾ ਗਰੁੱਪ ਸੀ, ਇੱਕ ਖਾਲਿਸਤਾਨ ਨੂੰ ਸਪੋਰਟ ਕਰਨ ਵਾਲੇ ਬੰਦੇ ਵੀ ਸੀਗੇ। ਤਾਂ ਕਾਮਰੇਡਾਂ ਤੇ ਖਾਲਿਸਤਾਨੀਆਂ ਦੀ ਪਹਿਲੇ ਦਿਨੋਂ ਲੜਾਈ ਰਹੀ ਆ ਪੰਜਾਬ 'ਚ 84 ਦੇ ਟਾਈਮ, ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਉਹ ਰਹੀ ਆ, ਉਹਦੀ ਵੀ ਤਾਂ ਰਿਫਲੈਕਸ਼ਨ ਹੋ ਸਕਦੀ ਹੈ ਕਿ ਅੱਜ ਮੌਕਾ ਮਿਲਿਆ। ਦੇਖੋ, ਜਦੋਂ ਮੌਕਾ ਮਿਲਦਾ ਪੋਲਿਟਿਕਸ ਵਾਲਾ ਕਹਿੰਦਾ ਮੈਨੂੰ ਮੌਕਾ ਮਿਲਿਆ, ਮੈਂ ਸਾਰਿਆਂ ਨੂੰ ਰਗੜਦਾ, ਅੱਜ ਮੇਰੇ ਕੋਲ ਸਟੇਜ ਹੈਗੀ। ਜਦੋਂ ਦੂਜੇ ਨੂੰ ਮੌਕਾ ਮਿਲਦਾ, ਦੂਜਾ ਕਹਿੰਦਾ ਅਸੀਂ ਰਗੜ ਦਿੰਦੇ। ਇਹ ਤਾਂ ਪੋਲਿਟਿਕਸ 'ਚ ਆਮ ਹੀ ਹੁੰਦਾ ਨਾ। ਪਰ ਫਿਰ ਵੀ ਪੋਲੀਟੀਕਲ ਪੋਜੀਸ਼ਨਾਂ ਤੇ ਗੱਲ ਹੁੰਦੀ ਹੈ, ਮਤਲਬ ਇਹ ਐਂ ਮਤਲਬ ਮਦਾਰੀ ਵਾਲਾ ਖੇਡ ਨਹੀਂ ਹੈਗਾ ਕਿ ਤੁਸੀਂ ਇੱਕ ਦੂਜੇ ਨੂੰ ਗਾਲਾਂ ਹੀ ਕੱਢੀ ਜਾਓ ਜਾਂ ਫਿਰ ਐਂਟਰਟੇਨ ਕਰੀ ਜਾਓ। ਜਾਂ ਤੁਹਾਨੂੰ ਲੱਗਦਾ ਮਾਸ ਮੂਵਮੈਂਟ ਦੇ ਅੰਦਰ ਘੱਟੋ ਘੱਟ ਤੁਸੀਂ ਜਦੋਂ ਲੜਦੇ ਹੋ ਤਾਂ ਉਹ 'ਚ ਬਹੁਤ ਸਾਰੀਆਂ ਧਰਾਵਾਂ ਹੋ ਸਕਦੀਆਂ ਨੇ, ਤੁਹਾਨੂੰ ਇੱਕ ਸਾਂਝੇ ਮਸਲੇ ਦੇ ਉੱਤੇ ਅੱਗੇ ਵਧਣਾ ਹੁੰਦਾ ਹੈਗਾ। ਯੂਨਾਈਟਿਡ ਫਰੰਟ ਦੀ ਪੋਲਿਟਿਕਸ ਵੀ ਇਹੀ ਹੁੰਦੀ ਹੈ ਕਿ ਤੁਸੀਂ ਆਪਦੀਆਂ ਚੀਜ਼ਾਂ ਨੂੰ ਛੱਡ ਦਿਓ, ਚਾਹੇ ਤੁਹਾਡੀ ਕੋਈ ਮਰਜ਼ੀ ਧਾਰਾ, ਆਪਦੀ ਵਿਚਾਰਧਾਰਾ ਰੱਖੋ, ਪਰ ਕੋਸ਼ਿਸ਼ ਕਰੋ ਕਿ ਆਪਦੀ ਪੋਜੀਸ਼ਨ ਛੱਡ ਕੇ ਵੀ ਗੱਲ ਕਰੋ, ਤਾਂ ਹੀ ਤੁਸੀਂ ਅੱਗੇ ਵਧ ਸਕਦੇ ਹੋ। ਨਹੀਂ ਤਾਂ ਫਿਰ ਸਾਰੇ ਆਪਦੀਆਂ ਪੋਜੀਸ਼ਨਾਂ ਲੈ ਜਾਣਗੇ, 1 ਇੰਚ ਵੀ ਅੱਗੇ ਨਹੀਂ ਤੁਰੇ ਜਾਓ। ਯੂਨਾਈਟਿਡ ਫਰੰਟ ਦੀ ਪੋਲਿਟਿਕਸ ਜਿਹਨੂੰ ਕਹਿੰਦੇ ਆ ਰੈਜ਼ਿਸਟੈਂਸ ਮੂਵਮੈਂਟ 'ਚ, ਉਹ ਇਹਨੂੰ ਵੀ ਕਹਿੰਦੇ ਆ। ਮਾਓ ਦਾ ਵੀ ਤੁਸੀਂ ਪੜ੍ਹ ਲਓ ਯੂਨਾਈਟਿਡ ਫਰੰਟ 'ਚ, ਕਿ ਯੂਨਾਈਟਿਡ ਫਰੰਟ 'ਚ ਕਿਵੇਂ ਅੱਗੇ ਤੁਰੋਗੇ ਤੁਸੀਂ, ਜਾਂ ਫਿਰ ਦੂਜੇ ਹੋਰਾਂ ਨੇ ਵੀ ਬਹੁਤ ਲਿਖਿਆ ਯੂਨਾਈਟਿਡ ਫਰੰਟ ਦੀ ਪੋਲਿਟਿਕਸ ਤੇ ਮੇਰਾ ਇਹ ਹੈ ਕਿ ਯੂਨਾਈਟਿਡ ਫਰੰਟ ਦੀ ਜਦੋਂ ਪੋਲਿਟਿਕਸ ਚੱਲਦੀ ਹੈ, ਉਦੋਂ ਮਤਲਬ ਠੀਕ ਹੈ ਕਿ ਤੁਸੀਂ ਇਕੱਠੇ ਬਹਿ ਕੇ ਇੱਕ ਫੈਸਲਾ ਲੈਣਾ, ਪਰ ਉਹ ਜੇ ਫੈਸਲਾ ਸਟੇਟ ਉਹਨੂੰ ਪ੍ਰਭਾਵਿਤ ਕਰ ਰਹੀ ਹੈ, ਫਿਰ ਉਹ ਮੈਨੂੰ ਠੀਕ ਨਹੀਂ ਲੱਗਦਾ। ਮੈਂ ਬਾਰ-ਬਾਰ ਦੁਬਾਰਾ ਇਹ ਕਹਿ ਰਿਹਾ ਕਿ ਤੁਹਾਨੂੰ ਕੀ ਲੱਗਦਾ ਹੁਣ ਬੂਟਾ ਸਿੰਘ ਬੁਰਜਗਿੱਲ ਨੂੰ ਹੀ ਸਭ ਤੋਂ ਵੱਡਾ ਵਿਲਨ ਬਣਾ ਕੇ ਪੇਸ਼ ਕਰਤਾ? ਖਾਲੀ ਬੂਟਾ ਸਿੰਘ ਬੁਰਜਗਿੱਲ ਜਾਂ ਹੋਰ ਵੀ ਲੋਕ, ਜਾਂ ਜਗਮੋਹਨ ਨੂੰ ਕਰਤਾ, ਹੋਰ ਵੀ ਲੋਕ। ਮੈਨੂੰ ਇਹ ਲੱਗਦਾ ਕਿ ਸਾਰਿਆਂ ਦੀ ਪੋਲੀਟੀਕਲ, ਜਿਵੇਂ ਪੰਜਾਬ 'ਚ ਕੀ ਹੁੰਦਾ ਹੈ, ਪੰਜਾਬ ਇਹ ਮੇਰੀ ਸ਼ਿਕਾਇਤ ਵੀ ਹੈ ਮਤਲਬ ਪੰਜਾਬੀਆਂ ਤੋਂ, ਕਿ ਪੰਜਾਬੀ ਨਾ ਇਮੋਸ਼ਨਲ ਨੇ। ਉਹ ਚੀਜ਼ਾਂ ਨੂੰ ਨਾ ਮਤਲਬ ਕੋਈ ਆਗੂ ਆ ਕੇ ਇਹ ਬੋਲ ਦੂਗਾ, ਦੇਖੋ ਅਸੀਂ ਮਾਵਾਂ ਦੇ ਪੁੱਤ ਨਹੀਂ ਮਰਾਉਣੇ, ਉਹਦਾ ਨਾ ਪੋਲੀਟੀਕਲ ਪੋਜੀਸ਼ਨ, ਕਿਹੜੀ ਪੋਲੀਟੀਕਲ ਪੋਜੀਸ਼ਨ ਤੋਂ ਉਹ ਬੋਲ ਰਿਹਾ ਉਹ ਨਹੀਂ ਦੇਖਦੇ, ਬਲਕਿ ਉਹਦੇ ਸੁਰਾਂ 'ਚ ਸੁਰ ਮਿਲਾਉਣ ਲੱਗ ਜਾਂਦੇ ਨੇ। ਮੈਂ ਇਹ ਕਹਿ ਰਿਹਾ ਕਿ ਸਾਰਿਆਂ ਦੀ ਪੋਲੀਟੀਕਲ ਪੋਜੀਸ਼ਨਾਂ ਹੁੰਦੀਆਂ ਨੇ, ਜਿਹੜਾ ਵੀ ਆਗੂ ਹੁੰਦਾ ਉਹ ਆਪਣੀ ਪੋਲੀਟੀਕਲ ਪੋਜੀਸ਼ਨ ਤੋਂ ਹੀ ਬੋਲਦਾ, ਉਹ ਕਿ ਕਿਵੇਂ ਅੰਦੋਲਨ ਨੂੰ ਦੇਖਦਾ ਹੈ, ਤੇ ਇਹ ਫੜਨ ਦੀ ਲੋੜ ਹੁੰਦੀ ਹੈ। ਪੋਲੀਟੀਕਲ ਨੁਕਤਾ ਜੇ ਤੁਸੀਂ ਨਹੀਂ ਫੜ ਪਾਓਗੇ ਤੇ ਤੁਹਾਨੂੰ ਚੀਜ਼ਾਂ ਸਮਝ ਆਉਣੀਆਂ ਬੰਦ ਹੋ ਜਾਣਗੀਆਂ। 26 ਨੂੰ ਤੁਸੀਂ ਇਹ ਕਿਹਾ ਕਿ 26 ਨੂੰ ਕੁਝ ਲਿਸਟਾਂ ਵੀ ਦਿੱਤੀਆਂ ਗਈਆਂ ਸੀਗੀਆਂ, ਬਿਲਕੁਲ 26 ਨੂੰ ਆ ਨੌਜਵਾਨ ਫੜੇ ਜਾਣ, ਬਿਲਕੁਲ ਦਿੱਤੀਆਂ। ਜਿਵੇਂ ਆਪਣਾ ਇਹ ਅੰਬਾਲੇ ਵਾਲਾ ਸੀ ਮੁੰਡਾ, ਨਵਦੀਪ, ਅਮਰਜੀਤ ਦੀ ਸੀਗੀ, ਮਨਦੀਰ ਸਿੰਘ ਦੀ ਸੀਗੇ, ਹੋਰ ਵੀ ਕਈ ਨਾਂ ਸੀਗੇ, ਲੱਖੇ ਦਾ ਨਾਂ ਸੀਗਾ, ਕਿ ਇਹਨਾਂ ਨੂੰ ਫੜ ਕੇ ਅੰਦਰ ਦਿਓ। ਹਾਂ, ਇਹਨਾਂ ਨੂੰ ਫੜ ਕੇ ਅੰਦਰ ਦਿਓ। ਪੁਲਿਸ ਵਾਲਿਆਂ ਨੂੰ ਲਿਸਟ ਦਿੱਤੀ ਗਈ ਹੈ? ਬਿਲਕੁਲ ਦਿੱਤੀ ਗਈ। ਤੇ ਮੋਰਚੇ ਤੋਂ ਕਈ ਨੌਜਵਾਨ, ਮਤਲਬ ਜਿਹੜਾ ਟਕੈਤ ਵਾਲਾ ਮੋਰਚਾ ਸੀ, ਟਕੈਤ ਨੇ 27 ਤਰੀਕ ਨੂੰ ਕੁਝ ਨੌਜਵਾਨਾਂ ਦੀ ਗ੍ਰਿਫਤਾਰੀ ਵੀ ਹੋਣ ਦਿੱਤੀ ਹੈ, ਇਹ ਵੀ ਮੈਂ ਲਿਖਿਆ। ਇਸ ਤੋਂ ਇਲਾਵਾ ਇੱਥੇ ਵੀ ਇਹਨਾਂ ਦਾ ਜਿਹੜਾ ਜ਼ੋਰ ਸੀਗਾ, ਪ੍ਰੈਸ ਕਾਨਫਰੰਸ ਕਰਕੇ ਇਹ ਹੀ ਕਿਹਾ ਇਹਨਾਂ ਨੇ ਵੀ ਕਿ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਹੈ ਕਿ ਫੜੋ ਇਹਨਾਂ ਨੂੰ, ਮਤਲਬ ਨਾ ਤਾਂ ਨਹੀਂ ਲੈ ਕਿਸੇ ਦੇ, ਪਰ ਕਹਿ ਕਿ ਗ੍ਰਿਫਤਾਰੀ ਜਿਨ੍ਹਾਂ ਨੇ ਇਹ ਕਾਰਵਾਈ ਪਾਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ। ਮਤਲਬ ਇਹ ਕਿਹੋ ਜੀ ਸਟੇਟਮੈਂਟ ਸੀਗੀ। ਉਸ ਤੋਂ ਬਾਅਦ ਇਹ 4 ਫਰਵਰੀ ਜਾਂ 5 ਫਰਵਰੀ ਨੂੰ ਮੁੱਕਰਦੇ ਵੀ ਨੇ ਆਪਣੀ ਸਟੇਟਮੈਂਟ ਤੋਂ, ਅਤੇ ਬਾਰ-ਬਾਰ ਸਰਕਾਰ ਨਾਲ ਇਹਨਾਂ ਦੀ ਸਮਝੌਤੇ ਕਰਨ ਦੀ ਜਿਹੜੀ ਕੋਸ਼ਿਸ਼ ਹੈ। ਜਿਵੇਂ ਤੁਸੀਂ ਆਪਾਂ ਨੂੰ ਸਿਰਫ ਇੱਕ ਮੋਟਾ ਇੰਨਾ ਹੀ ਪਤਾ ਆਮ ਲੋਕਾਂ ਨੂੰ ਕਿ ਇਹ 3 ਸਾਲ ਦੇ ਸਸਪੈਂਸ਼ਨ ਤੇ ਮੰਨਣ ਨੂੰ ਤਿਆਰ ਸੀਗੇ, ਪਰ ਮਤਲਬ ਇੱਕ ਧਿਰ ਵਾਈਜ਼ ਇਹ ਨਹੀਂ ਪਤਾ ਕਿ ਕਿਹੜੀ ਧਿਰਾਂ ਮੰਨਣ ਨੂੰ ਤਿਆਰ ਸੀ। ਉਹ ਵੀ ਮੈਂ ਮੈਂਸ਼ਨ ਕੀਤੀਆਂ ਨੇ, ਜਿਵੇਂ ਜਿਹੜਾ ਉਗਰਾਹਾਂ ਸਾਹਿਬ ਸੀਗੇ, ਉਹਨਾਂ ਨੇ ਮਾਰਚ 'ਚ ਨਿਊਜ਼ ਕਲਿੱਕ ਤੇ ਇੰਟਰਵਿਊ ਦਿੱਤਾ ਸੀਗਾ, ਉਹਨਾਂ ਦੀ ਜਿਹੜੇ ਅੰਦੋਲਨ ਨੂੰ ਦੇਖਣ ਦੀ ਪੋਜੀਸ਼ਨ, ਕਿ ਉਹ 3 ਸਾਲ ਦੇ ਸਸਪੈਂਡ ਵਾਸਤੇ ਮੰਨਣ ਨੂੰ ਤਿਆਰ ਸੀ। ਉਹਨਾਂ ਨੇ ਪ੍ਰਸ਼ਾਂਤ ਭੂਸ਼ਣ ਦੀ ਉਹ ਵੀ ਲਾਈ ਸੀ। ਇਹੀ ਕਹਿ ਰਹੇ ਨੇ ਬੂਟਾ ਸਿੰਘ ਬੁਰਜਗਿੱਲ, ਜਾਂ ਹੋਰ ਇਹੀ ਕਹਿ ਰਹੇ ਨੇ ਕਿ ਇਹ ਤਾਂ ਸਾਰੀਆਂ ਗੱਲਾਂ ਉਧਰੋਂ ਦੂਜੇ ਪਾਸੇ ਵੀ ਚੱਲ ਰਹੀਆਂ ਸੀਗੀਆਂ, ਸਾਰਿਆਂ ਦੀ ਚਰਚਾ ਸੀ। ਮੈਂ ਇਹ ਕਹਿ ਰਿਹਾ ਕਿ ਪਰ ਲੋਕਾਂ ਨੇ ਨਹੀਂ ਹੋਣ ਦਿੱਤਾ ਨਾ, ਇਹ ਵੀ ਤਾਂ ਤੁਸੀਂ ਦੇਖੋ। ਮਤਲਬ ਜਿਵੇਂ ਇੱਕ ਅੰਦੋਲਨ ਦੇ ਹਾਸਲ ਹੁੰਦਾ, ਤੇ ਮੈਨੂੰ ਲੱਗਦਾ ਕਿ ਜੇ ਇਹ 32 ਧਿਰਾਂ ਸੀ ਤਾਂ ਇੱਕ ਧਿਰ ਮਤਲਬ ਲੋਕ ਵੀ ਸੀਗੇ, ਤੇ ਲੋਕ ਜ਼ਿਆਦਾ ਵੱਡੀ ਧਿਰ ਬਣ ਕੇ ਉਭਰੇ, ਕਿਉਂਕਿ ਉਹਨਾਂ 'ਚ ਕ੍ਰਿਟੀਕਲ ਸੋਚਣ ਦੀ, ਸਮਝਣ ਦੀ ਸਮਰੱਥਾ ਸੀਗੀ। ਮੋਰਚੇ 'ਚ ਇਹੋ ਜਿਹੇ ਨੌਜਵਾਨ ਸੀਗੇ ਜਿਹੜੇ ਕਿ ਕ੍ਰਿਟੀਕਲੀ ਚੀਜ਼ਾਂ ਨੂੰ ਦੇਖ ਰਹੇ ਸੀ ਤੇ ਉਹਨਾਂ ਨੂੰ ਕੁਐਸਚਨ ਕਰ ਰਹੇ ਸੀਗੇ। ਉਹ ਮੈਨੂੰ ਠੀਕ ਲੱਗਦਾ। ਕੈਪਟਨ ਅਮਰਿੰਦਰ ਸਿੰਘ ਨਾਲ ਵੀ ਤੁਸੀਂ ਜ਼ਿਕਰ ਕੀਤਾਗਾ ਕਿਤਾਬ ਦੇ ਅੰਦਰ ਕਿ ਕੈਪਟਨ ਅਮਰਿੰਦਰ ਸਿੰਘ ਅਕਤੂਬਰ ਮਹੀਨੇ ਦੀ 9 ਤਰੀਕ ਨੂੰ ਸਮੇਂ ਪਤਾ ਲੱਗਾ ਜਦੋਂ ਮੇਰੀ ਗੱਲ ਕੈਪਟਨ ਅਮਰਿੰਦਰ ਸਿੰਘ ਦੀ,
ਤਾਂ ਇਹ ਕੀ ਮਤਲਬ ਇਹ ਵੀ ਚਰਚਾ ਹੋ ਰਹੀ ਹੈ ਬੂਟਾ ਬੇਰੁਜ਼ਗਾਰ ਵਾਲੇ ਮਸਲੇ 'ਚ, ਉਹ ਵੀ ਬੋਲ ਰਹੇ ਨੇ। ਇਹ ਤਾਂ ਜਨਰਲੀ ਆਉਂਦੇ ਸੀ ਅਫਸਰ, ਤਾਂ ਮੁਲਾਕਾਤਾਂ ਤਾਂ ਕਰਨੀਆਂ ਪੈਂਦੀਆਂ ਸੀ, ਉਹ ਕਹਿੰਦੇ ਤਾਂ ਖੁੱਲਾ ਕੰਮ ਸੋਚ ਕੇ 'ਚ ਮਸਲਾ ਕੀ ਹੈਗਾ, ਸਰਕਾਰ ਤਾਂ ਆ ਕੇ ਗੱਲ ਕਰੂ, ਸਾਨੂੰ ਕਰਨੀ ਪੈਣੀ ਆ। ਨਹੀਂ, ਕੈਪਟਨ ਕਾਂਗਰਸ ਸਰਕਾਰ, ਜਿਹੜੀ ਕਾਂਗਰਸ ਸਰਕਾਰ ਸੀ ਪੰਜਾਬ ਦੀ, ਉਹਨੇ ਸ਼ੁਰੂ ਦਿਨ ਤੋਂ ਹੀ ਮੋਰਚੇ 'ਚ ਇੰਟਰਸਟ ਰੱਖਿਆ ਹੈ। ਉਹ ਕਹਿੰਦੇ ਕੁਲਵੰਤ ਸੰਧੂ ਕਰ ਰਹੇ ਸਾਰਾ ਕੁਲਵੰਤ ਸੰਧੂ, ਬਿਲਕੁਲ ਸਹੀ ਗੱਲ ਹੈ। ਕੁਲਵੰਤ ਸੰਧੂ ਕੈਪਟਨ ਦੇ ਬਹੁਤ ਨੇੜੇ ਨੇ। ਕੁਲਵੰਤ ਸੰਧੂ ਹੀ ਜਿਹੜੇ ਲੈਫਟ ਦੀ ਜਥੇਬੰਦੀਆਂ ਹੈਗੀਆਂ ਪੰਜਾਬ ਦੀ, RMPI ਦੀ, ਹਾਂ ਮਤਲਬ ਲੈਫਟ ਦੀ ਜਿੰਨੀ ਵੀ ਜਥੇਬੰਦੀਆਂ ਹੈਗੀਆਂ, ਉਹਨਾਂ ਦੀ ਪੋਲੀਟੀਕਲ ਪੋਜੀਸ਼ਨ ਸੀਐਮ ਨੂੰ ਦੱਸਣ ਵਾਲੇ ਕੁਲਵੰਤ ਸਿੰਘ ਸੰਧੂ ਸੀਗੇ ਕਿ ਇਹ ਐ ਸੋਚਦੇ ਨੇ, ਇਹ ਐ ਸੋਚਦੇ ਨੇ। ਕੈਪਟਨ ਨੂੰ ਕੁਝ ਨਹੀਂ ਪਤਾ ਇਹਨਾਂ ਲੈਫਟ ਦੀ ਜਥੇਬੰਦੀਆਂ ਬਾਰੇ, ਕੁਲਵੰਤ ਸੰਧੂ ਦੱਸਣ ਵਾਲੇ ਨੇ। ਤੇ ਇਹ ਮਤਲਬ ਕੈਪਟਨ ਦਾ ਮੈਂ ਦੱਸ ਦੇਣਾ, ਇਹ ਮੈਨੂੰ ਕਮੈਂਟ ਕਰਨਾ ਜ਼ਰੂਰ ਲੱਗਦਾ ਕਿ ਪੰਜਾਬ ਸਰਕਾਰ ਇਸ ਅੰਦੋਲਨ 'ਚ ਸ਼ੁਰੂ ਦਿਨ ਤੋਂ ਇੰਟਰਸਟਿਡ ਸੀਗੀ। ਹਰਦਿਆਲ ਮਾਨ ਦੀ ਜਿਹੜੀ ਐਂਟਰੀ ਹੈ, ਭਾਰਗਵ ਦੀ ਜਿਹੜੀ ਐਂਟਰੀ ਹੈਗੀ, ਜਿਹੜੇ ਕਿ ਅਫਸਰ ਨੇ, ਉਹਨਾਂ ਦੀ ਐਂਟਰੀ, ਉਹਨਾਂ ਬਾਰੇ ਵੀ ਲਿਖਿਆ, ਉਹ ਕਿੱਥੇ ਰਹਿੰਦੇ ਸੀਗੇ, ਉਹ ਕਿਵੇਂ ਕਿਹੜੇ ਆਗੂਆਂ ਨਾਲ ਇਨ ਟੱਚ ਸੀਗੇ। ਜਿਹੜੀ 8 ਦਸੰਬਰ ਨੂੰ ਅਮਿਤ ਸ਼ਾਹ ਨਾਲ ਮੀਟਿੰਗ ਹੁੰਦੀ ਕਿਸਾਨ ਆਗੂਆਂ ਨੇ, ਉਹ ਕਿਵੇਂ ਅਰੇਂਜ ਕਰਾਈ ਗਈ ਤੇ ਕਿਹਨਾਂ ਤੇ ਕਹਿਣ ਤੇ ਹੋਈ, ਤੇ ਉਹ ਮੈਂ ਸਾਰਾ ਲਿਖਿਆ। ਤੇ ਕੈਪਟਨ ਅਮਿਤ ਸ਼ਾਹ ਸ਼ੁਰੂਆਤ 'ਚ ਥੋੜਾ ਮਾੜਾ ਮੋਟਾ ਸੀਗਾ ਕਿ ਕੈਪਟਨ ਨੇ ਕਿਹਾ ਕਿ ਇਹਨਾਂ ਨੂੰ ਸੈਟਲ ਕਰ ਲਓ, ਪਰ ਗੱਲ ਬਣੀ ਨਹੀਂ। ਬਾਅਦ 'ਚ ਤਾਂ ਕੈਪਟਨ ਅਮਿਤ ਸ਼ਾਹ ਦੀ ਬੋਲੀ ਹੀ ਬੋਲਦਾ ਸੀਗਾ। ਈਵਨ ਅਕਤੂਬਰ ਮਹੀਨੇ 'ਚ ਇਹਨਾਂ ਦੀ ਉਹ ਵੀ ਕਰਾਤੀ ਸੀਗੀ, ਸਤੰਬਰ ਮਹੀਨੇ ਪਹਿਲਾਂ ਜੀ ਕੈਪਟਨ ਹੀ ਸਮਝੌਤਾ ਕਰਾਉਣਗੇ, ਵੀ ਗੱਲ ਚੱਲ ਰਹੀ ਸੀ। ਇਹ ਵੀ ਚੱਲ ਰਹੀ ਸੀ। ਮਤਲਬ ਕੈਪਟਨ ਨੂੰ ਸਤੰਬਰ ਮਹੀਨੇ 'ਚ ਆ ਕੇ ਇਹ ਪਤਾ ਲੱਗਿਆ ਸੀਗਾ ਕਿ ਉਹਦੇ ਹੱਥੋਂ ਜਿਹੜੀ ਗੇਮ ਜਾ ਚੁੱਕੀ ਹੈ, ਇਸ ਕਰਕੇ ਉਹ ਨਵੀਂ ਗੇਮ ਸਿਰਜਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਉਹਨੇ ਅਮਿਤ ਸ਼ਾਹ, ਜਿਹੜਾ ਰਾਜੇਵਾਲ ਨੇ ਚਿੱਠੀ ਲਿਖੀ ਹੈ ਅਮਿਤ ਸ਼ਾਹ ਨੂੰ, ਉਹ ਵੀ ਕੈਪਟਨ ਦੇ ਇਸ਼ਾਰੇ ਤੇ ਹੀ ਕੀਤੀ ਹੈ, ਤੇ ਉਹ ਸਮਝੌਤਾ ਹੋ ਰਿਹਾ ਸੀਗਾ ਤੇ ਫਾਈਨਲ ਵੀ ਹੋ ਗਿਆ ਸੀਗਾ। ਉਹ ਤਾਂ 3 ਅਕਤੂਬਰ ਨੂੰ ਲਖੀਮਪੁਰ ਖੀਰੀ ਇੰਸੀਡੈਂਟ ਵਾਪਰ ਗਿਆ, ਨਹੀਂ ਤਾਂ ਅਕਤੂਬਰ ਦੇ ਕਿਸੇ ਦਿਨ ਇਹ ਸਮਝੌਤਾ ਹੋ ਕੇ ਮਤਲਬ ਅੰਦੋਲਨ ਖਤਮ ਹੋ ਸਕਦਾ ਸੀਗਾ। ਇਹ ਮੇਰੀ ਉਹ ਹੈ। ਅੱਛਾ, ਇਹ ਆਪਾਂ ਕਿਵੇਂ ਮੰਨੀਏ ਹੁਣ ਆਉਣ ਵਾਲੇ ਦਿਨਾਂ 'ਚ? ਤੁਸੀਂ ਇਹ ਮੰਨ ਰਹੇ ਹੋਗੇ ਕਿ ਕੱਲਾ ਗੱਲ ਬੂਟਾ ਬੁਰਜਗਲ ਤੇ ਨਹੀਂ ਰੁਕੂਗੀ, ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜਾ ਇਹ ਰਾਮ ਰੌਲਾ ਪਿਆ ਗਾ BKU ਡਕੌਂਦਾ 'ਚ, ਇਹ ਰਾਮ ਰੌਲਾ ਹੋਰ ਜਥੇਬੰਦੀਆਂ ਦਾ ਹਿੱਸਾ ਬਣ ਸਕਦਾ? ਕੋਈ ਪੈਸੇ ਦੇ ਲੈਣ ਦੇਣ ਨੂੰ ਵੀ ਤੁਸੀਂ ਲੈ ਕੇ ਕਹਿੰਦੇ ਹੋ ਕਿ ਬਹੁਤ ਸਾਰੇ ਲੀਡਰਾਂ ਕੋਲੇ ਪੈਸਾ ਰਹਿ ਗਿਆ, ਕਰੋੜਾਂ ਰੁਪਈਆਂ 'ਚ ਤੁਸੀਂ ਕਹਿੰਦੇ ਹੋ? ਬਿਲਕੁਲ, ਉਹ ਕਰੋੜਾਂ ਰੁਪਈਆ ਦਾ ਕੋਈ ਹਿਸਾਬ ਕਿਤਾਬ ਨਹੀਂ ਹੋਇਆਗਾ। ਮੈਂ ਇਹ ਕਹਿ ਰਿਹਾ, ਮਤਲਬ ਮੇਰਾ ਇਹ ਮੰਨਣਾ ਹੈ ਕਿ ਮਤਲਬ ਇਹ ਉਦੋਂ ਵੀ ਹੁੰਦਾ ਸੀਗਾ ਕਿ ਹਿਸਾਬ ਦਿਓ ਆਮ ਹੀ ਚੱਲਦਾ ਸੀ, ਆਮ ਚੱਲਦਾ ਜਦੋਂ ਦੀ ਗੱਲ ਨਾ, ਤਾਂ ਗੱਲ ਚੱਲਦੀ ਸੀ। ਡੱਲੇਵਾਲ ਨੇ ਰੋ ਕੇ ਵੀ ਵੀਡੀਓ ਜਾਰੀ ਕੀਤੀ ਹੈ, ਤੇ ਮਤਲਬ ਡੱਲੇਵਾਲ ਨੇ ਕਿਹਾ ਸੀ ਦਿਓ ਨਾ ਸਾਰਾ ਹਿਸਾਬ। ਇੱਕ ਤਾਂ ਮਤਲਬ ਪੰਜਾਬੀਆਂ ਨੇ ਅਥਾਹ ਪੈਸਾ ਇਸ ਅੰਦੋਲਨ ਤੇ ਖਰਚਿਆ ਹੈਗਾ, ਮੋਰਚੇ ਤੇ ਪੈਸਾ ਵੀ ਆਇਆ ਹੈਗਾ, ਤੇ ਬੜੇ ਜਿੰਨੇ ਵੀ ਕੀ ਲੀਡਰ ਸੀਗੇ, ਕੁੰਜੀਗਤ ਜਿਹੜੇ ਆਗੂ ਹੁੰਦੇ ਮੇਨ ਲੀਡਰਸ, ਉਹਨਾਂ ਕੋਲ ਪੈਸੇ ਵੀ ਸੀਗੇ। ਮਤਲਬ ਤੁਸੀਂ ਮੈਂ ਨਾਮ ਲੈ ਕੇ ਹੀ ਕਹਿ ਦਿੰਦਾ ਕਿ ਮਤਲਬ ਡੱਲੇਵਾਲ, ਹਰਮੀਤ ਕਾਦੀਆਂ ਤੇ ਰਾਜੇਵਾਲ ਦਾ ਮਤਲਬ ਇਹਦੇ ਤੇ ਤਾਂ ਪੈਸੇ ਵਾਲਾ ਤਾਂ ਨਹੀਂ ਲੱਗਦਾ, ਪਰ ਪੈਸੇ ਦਾ ਇਹਦਾ ਵੀ ਮਤਲਬ ਜਿੰਨੇ ਵੀ ਹਿਸਾਬ ਕਿਤਾਬ ਦਿਖਦੀ ਸਾਰੇ, ਹਾਂ ਮਤਲਬ ਇਹ ਸਾਰੇ, ਹਾਂ ਮਤਲਬ ਜਿੰਨੇ ਵੀ ਕੀ ਲੀਡਰ ਸੀਗੇ 8-9 ਜਣੇ ਸੀਗੇ, ਪੈਸਿਆਂ ਦਾ ਇਹਨਾਂ ਦਾ ਹਿਸਾਬ ਹੈਗਾ। ਤੇ ਹਜੇ ਦਿੱਤਾ ਨਹੀਂ ਇਹਨਾਂ ਨੇ। ਮਤਲਬ ਇੱਕ ਵਾਰ ਮੀਟਿੰਗ ਹੋਈ ਹੈ, ਉਹਦੇ 'ਚ ਕੱਚਾ ਪੱਕਾ ਦੇਣ ਦੀ ਕੋਸ਼ਿਸ਼ ਹੋਈ ਹੈ, ਲੇਕਿਨ ਉਹਦੇ 'ਚ ਬਹੁਤ ਵੱਡਾ ਹਿਸਾਬ ਇਹ ਨਹੀਂ ਦੇ ਪਾਏ। ਮਤਲਬ ਈਵਨ ਸਾਊਂਡ ਵਾਲੇ ਤੇ ਹਿਸਾਬ ਤੇ ਵੀ ਰੋਲਾ ਪਿਆ, IT ਸੈੱਲ ਵਾਲੇ ਜਿਹੜਾ ਹਿਸਾਬ ਕਿਤਾਬ ਸੀਗਾ ਉਹਦੇ ਤੇ ਵੀ ਰੋਲਾ ਪਿਆ, ਹੋਰ ਵੀ ਕਈ ਹੈਗੇ। ਮਤਲਬ ਕੈਸ਼ ਤਾਂ ਬਹੁਤ ਜ਼ਿਆਦਾ ਆਮਦ ਹੋਈ ਮੋਰਚੇ ਤੇ, ਇਹ ਤਾਂ ਪੈ ਰਿਹਾ ਹੈ ਜਥੇਬੰਦੀਆਂ 'ਚ। ਅਕਾਊਂਟ ਵੀ ਸੀ ਕੋਈ, ਮਤਲਬ ਅਕਾਊਂਟ ਸੀ ਕੋਈ ਮਤਲਬ ਮੋਰਚੇ ਦਾ? ਹਾਂ, ਕਈ ਲੋਕਾਂ ਨੇ ਅਕਾਊਂਟ ਸ਼ੇਅਰ ਕੀਤੇ ਹੋਏ ਸੀਗੇ ਆਪਦੇ। ਤੇ ਮੋਰਚੇ ਦਾ ਤਾਂ ਕੋਈ ਅਕਾਊਂਟ ਨਹੀਂ ਸੀ। ਨਹੀਂ, ਮੋਰਚੇ ਮੈਂ ਤਾਂ ਕਦੇ ਸੁਣਿਆ ਨਹੀਂ ਮੋਰਚੇ ਦਾ ਮੈਂ ਵੀ ਕੈਸ਼ ਦਿੰਦੇ ਸੀ ਆਮ ਤੌਰ ਤੇ ਕੈਸ਼ ਹੀ ਚੱਲਦਾ ਸੀਗਾ। ਤੇ ਦੂਜਾ ਇੱਕ ਇਹ ਵੀ ਗੱਲ ਹਾਈਲਾਈਟ ਕਰਨ ਵਾਲੀ ਹੈਗੀ ਆ ਕਿ ਜਥੇਬੰਦੀਆਂ 'ਚ ਮਤਲਬ ਬਹੁਤ ਸਾਰੀ ਜਥੇਬੰਦੀਆਂ 'ਚ ਇਹ ਚੱਲ ਰਿਹਾ ਕਿ ਜਿਹੜੀ ਵੱਡੀ ਜਥੇਬੰਦੀਆਂ ਸੀ ਕਿ ਉਹ ਉਹਨਾਂ ਦੇ ਆਗੂ ਮੈਨੂਪਲੇਟਿਵ ਕਿਉਂ ਸੀ, ਤੇ ਉਹਨਾਂ ਦੇ ਰੋਲੇ ਮਤਲਬ ਤੁਸੀਂ ਡਕੌਂਦਾ ਹੀ ਦੇਖ ਰਹੇ ਹੋ। ਹੋਰ ਮਤਲਬ ਜਿਹੜਾ ਇੰਨੇ ਖਲਾਰੇ ਪਏ ਨੇ ਅੱਡ ਜਥੇਬੰਦੀਆਂ 'ਚ, ਮਤਲਬ ਇਹਦੇ BKU ਗਰਾਹਾਂ 'ਚ ਵੀ ਚੱਲ ਰਿਹਾ ਹੈ, ਤੇ ਹੋਰ ਵੀ ਕਈ ਜਥੇਬੰਦੀਆਂ 'ਚ ਚੱਲ ਰਿਹਾ। ਤੇ ਉਹ ਇਸੇ ਨੂੰ ਉਹਨਾਂ ਦਾ ਦੇਖੋ ਪੈਸਾ ਕੋਈ ਮਸਲਾ ਨਹੀਂ ਹੁੰਦਾ, ਪੈਸਾ ਤਾਂ ਕੋਈ ਨਹੀਂ, ਪੋਲੀਟੀਕਲ ਨੁਕਤਾ ਹੈਗਾ ਕਿ ਤੁਸੀਂ ਮੈਨੂਪਲੇਟਿਵ ਕਿਉਂ ਸੀਗੇ ਅੰਦੋਲਨ ਬਾਰੇ, ਤੇ ਤੁਸੀਂ ਸਮਝੌਤੇ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਸੀਗੇ, ਤੇ ਕਿਉਂ ਤੁਸੀਂ ਮਤਲਬ ਅੰਦੋਲਨ ਦੇ ਜਿਹੜੇ ਉਹ ਸੰਘਰਸ਼ੀਲ ਨੌਜਵਾਨ ਸੀਗੇ ਉਹਨਾਂ ਨੂੰ ਬਦਨਾਮ ਕੀਤਾ, ਉਹਨਾਂ ਦੇ ਅਗੇਂਸਟ ਇਹਨਾਂ ਸਾਰਾ ਕੁਝ ਵਿੱਢਿਆ। ਇਹ ਸਵਾਲ ਤਾਂ ਉੱਠਦੇ ਨਹੀਂ। ਕਾਰਲ ਮਾਰਕਸ ਤਾਂ ਵੈਸੇ ਇੱਕ ਸਭ ਤੋਂ ਵੱਡੀ ਗੱਲ ਕਹਿੰਦਾ ਕਿ ਹਰ ਗੱਲ ਸ਼ੱਕ ਦੀ ਨਿਗਾਹ ਨਾਲ ਦੇਖੋ, ਹਰ ਚੀਜ਼ ਨੂੰ। ਮੈਂ ਕਾਰਲ ਮਾਰਕਸ ਇਹ ਗੱਲ ਕਹਿੰਦਾ ਕਿ ਹਰ ਗੱਲ, ਪਰ ਪੰਜਾਬ 'ਚ ਜੋ ਤੁਹਾਡੀ ਕਿਤਾਬ ਆਈ, ਲੈਫਟ ਦੇ ਕੁਝ ਲੋਕਾਂ ਨੂੰ ਲੱਗਿਆ, ਜਿਹੜੇ ਕਹਿੰਦੇ ਆਲੋਚਨਾਤਮਕ ਅਧਿਐਨ ਸਭ ਤੋਂ ਜ਼ਿਆਦਾ ਵੱਡੀ ਗੱਲ ਮੰਨੀ ਜਾਂਦੀ ਹੈਗੀ। ਮਾਰਕਸਿਜ਼ਮ 'ਚ ਤਾਂ ਸਭ ਤੋਂ ਮੇਨ ਗੱਲ ਮੰਨੀ ਜਾਂਦੀ ਹੈ ਨਾ ਇਹ,
ਕਿ ਪੂਰਾ ਜਿਹੜਾ ਦਵੰਦਵਾਦ, ਸਾਰੀ ਜਿਹੜੀ ਹਿਸਟੋਰੀਕਲ ਮਟੀਰੀਅਲਿਜ਼ਮ ਦੀ ਗੱਲ ਹੁੰਦੀ ਉਹ ਸਾਰੀ ਇਹਦੇ ਤੇ ਖੜੀ ਹੈ। ਪਰ ਹੁਣ ਤੁਹਾਡੀ ਕਿਤਾਬ ਤੇ ਬਹੁਤ ਇਤਰਾਜ਼ ਹੋਇਆ। ਉਹਨਾਂ ਨੂੰ ਇਤਰਾਜ਼ ਹੋਇਆ ਕਿ ਇਹ ਆਲੋਚਨਾਤਮਕ ਕਿਤਾਬ ਕਿਉਂ ਲਿਖੀ ਗਈ ਹੈ, ਆਲੋਚਨਾਤਮਕ ਕਿਤਾਬ ਨਹੀਂ ਲਿਖੀ ਜਾਣੀ ਚਾਹੀਦੀ ਸੀ, ਇਹ ਤਾਂ ਕਿਸੇ ਦੇ ਕਹੇ ਤੇ, ਤੁਹਾਡੀ ਕਿਤਾਬ ਵੀ ਸ਼ਾਇਦ ਪਤਾ ਨਹੀਂ ਏਜੰਸੀਆਂ ਦੇ ਕਹੇ ਤੇ ਲਿਖ ਦਿੱਤੀ ਗਈ ਹੈ, ਸ਼ਾਇਦ ਤੁਹਾਡੇ ਖਿਲਾਫ ਬੜਾ ਵੱਡਾ ਪ੍ਰਚਾਰ ਦਿੱਲੀ ਤੱਕ ਜਾ ਕੇ ਕੀਤਾ ਗਿਆ। ਹਾਂ ਬਿਲਕੁਲ, ਇੱਕ ਪੰਜਾਬ ਦੇ ਜਰਨਲਿਸਟ ਦਿੱਲੀ ਗਏ, 7-8 ਦਿਨ ਰਹੇ ਉੱਥੇ, ਤੇ ਜਿੰਨੇ ਜਿੱਥੋਂ ਵੀ ਮੈਨੂੰ ਕੰਮ ਮਿਲਦਾ ਹੈਗਾ ਪੱਤਰਕਾਰਿਤਾ ਦਾ, ਸਾਰੇ ਅਦਾਰਿਆਂ 'ਚ ਗਏ ਤੇ ਇਹਨੂੰ ਕੰਮ ਨਾ ਦਿਓ। ਹਾਂ, ਇਹਨੂੰ ਕੰਮ ਨਾ ਦਿਓ ਕਿ ਇਹ ਤਾਂ ਦੇਖੋ ਜੀ, ਇਹ ਤਾਂ ਕਿਤਾਬ ਅਮਿਤ ਸ਼ਾਹ ਨੇ ਬੈਠ ਕੇ ਲਿਖਵਾਈ ਹੈ। ਫਿਰ ਮੈਂ ਹੱਸਦਾ ਵੀ ਰਿਹਾ ਕਿ ਅਮਿਤ ਸ਼ਾਹ ਦੇ ਕੋਲ ਇੰਨਾ ਟਾਈਮ ਹੈਗਾ ਕਿ ਉਹ ਮੇਰੇ ਤੋਂ ਕਿਤਾਬ ਲਿਖਵਾਉਣਗੇ। ਦੂਜੀ ਗੱਲ, ਕਿਉਂਕਿ ਤੁਹਾਡੀ ਕਿਤਾਬ ਵਾਲੀਆਂ ਸਾਰੀਆਂ ਗੱਲਾਂ ਸੱਚ ਹੋਈ ਜਾਂਦੀਆਂ ਨੇ, ਉਲਟੇ ਪਾਸੇ ਤੁਸੀਂ ਦੇਖੋ, ਮਤਲਬ ਬਿਲਕੁਲ ਇਹ ਤਾਂ ਜੋ ਤੁਸੀਂ ਲਿਖ ਰਹੇ ਹੋ ਉਹ ਗੱਲ ਸਾਹਮਣੇ ਆ ਗਈ, ਉਹ ਗੱਲ ਤੇ ਰੌਲਾ ਪੈ ਗਿਆ, ਉਹ ਸਾਰੀ ਹੋ ਗਈ, ਉਹ ਸਾਰੀ ਹੁਣ ਪਬਲਿਕ ਵੀ ਹੋ ਰਹੀਆਂ ਨੇ। ਤੇ ਦੂਜਾ ਇਹ ਵੀ ਹੈ ਕਿ ਮਤਲਬ ਕਿਸੇ ਦੀ ਨਲਾਇਕੀਆਂ ਨੂੰ ਲੁਕਾਉਣ ਦੀ ਮਤਲਬ ਸਮਰੱਥਾ ਪੱਤਰਕਾਰਾਂ 'ਚ ਨਹੀਂ ਹੁੰਦੀ। ਉਹ ਜਿਹੜੇ ਬੰਦੇ ਨਲਾਇਕੀਆਂ ਕਰਦੇ ਨੇ ਉਹ ਤਾਂ ਪੱਤਰਕਾਰ ਤਾਂ ਵਿਚਾਰੇ ਉਹਨੂੰ ਰਿਪੋਰਟ ਹੀ ਕਰਦੇ ਨੇ। ਸਾਡੀ ਇੰਨੀ ਸਫਰ। ਅਤੇ ਦੂਜਾ ਇਹ ਗੱਲ ਹੈ ਕਿ ਇਹ ਕਿਤਾਬ ਤਾਂ ਹੋਮ ਮਿਨਿਸਟਰੀ ਦੇ ਕੰਮ ਆਊਗੀ, ਇਹਦੇ ਕੰਮ ਆਊਗੀ, ਉਹਦੇ ਕੰਮ ਆਊਗੀ। ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਇਹਨਾਂ ਬਾਰੇ, ਉਹਨਾਂ ਦੇ ਅੱਗੇ ਤਾਂ ਇਹਨਾਂ ਨੇ ਸਾਰਾ ਕੁਝ ਕੀਤਾ, ਆਲਰੇਡੀ ਪਤਾ ਬਲਕਿ ਇਹ ਤਾਂ ਲੋਕਾਂ ਨੂੰ ਨਹੀਂ ਪਤਾ ਸੀਗਾ, ਜਿਹੜਾ ਕਿ ਇਸੇ ਕਰਕੇ ਪੱਤਰਕਾਰ ਕੋਸ਼ਿਸ਼ ਕਰਦਾ ਹੈ ਕਿ ਉਹ ਕੋਈ ਵੀ ਚੀਜ਼ ਦੇਖਦਾ ਉਹਨੂੰ ਲਿਖੇ ਤਾਂ ਕਿ ਲੋਕਾਂ ਨੂੰ ਵੀ ਚੀਜ਼ਾਂ ਬਾਰੇ ਪਤਾ ਚੱਲੇ। ਪਰ ਕਹਿੰਦੇ ਨਾ, ਮਤਲਬ ਵੀ ਜਿਹੜੀ ਆਈਡੀਓਲੋਜੀ ਹੁੰਦੀ ਹੈ, ਆਈਡੀਓਲੋਜੀ ਦੀ ਖਾਸੀਅਤਾਂ ਬਹੁਤ ਹੁੰਦੀਆਂ ਨੇ, ਪਰ ਜੋ ਆਈਡੀਓਲੋਜੀ ਦੀ ਆਲੋਚਨਾ ਹੁੰਦੀ ਹੈ ਉਹ ਕਹਿੰਦੇ ਆਈਡੀਓਲੋਜੀ ਕਿਸੇ ਨੂੰ ਮੈਕਸਿਮਮ ਨਹੀਂ ਹੋਣ ਦਿੰਦੀ, ਹਮੇਸ਼ਾ ਮਿਨੀਮਮ ਰੱਖਦੀ ਹੈ, ਕਿਉਂਕਿ ਆਈਡੀਓਲੋਜੀ ਦੀ ਇੱਕ ਬਾਉਂਡਰੀ ਹੈ, ਉਹ ਕਹਿੰਦੀ ਹੈ ਤੂੰ ਐਂ ਸੋਚ। ਤਾਂ ਫਿਰ ਆਪਾਂ ਇਹ ਮੰਨੀਏ ਆਈਡੀਓਲੋਜੀ ਜਿਹੜੀ ਮਰਜ਼ੀ ਹੋਵੇ, ਲੈਫਟ ਹੋਵੇ, ਰਾਈਟ ਹੋਵੇ, ਸੈਂਟਰ ਹੋਵੇ, ਸੰਘ ਹੋਵੇ, ਖਾਲਿਸਤਾਨੀ ਹੋਣ ਜਾਂ ਕਾਮਰੇਡ ਹੋਣ, ਜਿਹੜਾ ਵੀ ਉਹਦੇ ਨਾਲ ਜੁੜਿਆ ਹੋਊਗਾ ਉਹ ਫਿਰ ਇੱਕੋ ਦਾਇਰੇ ਸੋਚੂਗਾ, ਉਦੋਂ ਅੱਗੇ ਉਹ ਨਹੀਂ ਸੋਚੂਗਾ। ਉਹ ਕਹੂਗਾ ਕਿ ਹਾਂ ਇਹ ਕਿਤਾਬ ਤਾਂ ਜੀ ਦੇਖੋ ਸਾਡੇ ਲੈਫਟ ਨੂੰ ਬਦਨਾਮ ਕਰ ਲਈ, ਲਿਖਤੀ ਮਨਦੀਪ ਪੁਨੀਆ ਨੇ। ਨਹੀਂ, ਲੈਫਟ ਨੂੰ ਤਾਂ ਬਦਨਾਮ ਨਹੀਂ ਕੀਤਾ, ਬਲਕਿ ਮਤਲਬ ਜਿਹੜੇ ਖਾਸ ਤੌਰ ਤੇ ਜਿਨ੍ਹਾਂ ਇਹ 'ਚ ਬਾਕੀ ਵੀ ਨੇ, ਰਾਈਟ ਦੇ ਵੀ ਨੇ ਤੇ ਲੈਫਟ ਦੇ ਵੀ ਨੇ ਲੀਡਰ, ਜਿਨ੍ਹਾਂ ਦੇ ਤੁਸੀਂ ਨਾਂ ਲੈ ਰਹੇ ਹੋ। ਹਾਂ ਬਿਲਕੁਲ, ਮਤਲਬ ਡੱਲੇਵਾਲ ਹੋ ਰਹੀ, ਸਾਰਿਆਂ ਦੇ ਨਹੀਂ, ਮੈਂ ਕਹਿੰਦਾ ਲੈਫਟ ਤਾਂ ਬਹੁਤ ਸਾਰਾ ਸੀ ਉੱਥੇ, ਪਰ ਕੁਛ ਲੈਫਟ ਦਾ ਤਾਂ ਤੁਸੀਂ ਨਾਂ ਲੈ ਕੇ ਗੱਲ ਕਰ ਰਹੇ ਹੋ। ਨਹੀਂ ਬਿਲਕੁਲ, ਲੈਫਟ 'ਚ ਅੱਡ ਧੜੇ ਨੇ ਤੇ ਅੱਡ ਪੋਜੀਸ਼ਨਾਂ ਨੇ, ਮੈਂ ਉਹਨਾਂ ਦੀ ਪੋਜੀਸ਼ਨਾਂ ਹੀ ਲਿਖੀਆਂ ਨੇ। ਤੇ ਹੁਣ ਜਦੋਂ ਪੋਜੀਸ਼ਨਾਂ ਲਿਖਤੀਆਂ ਉਹਨਾਂ ਦੀ ਕਿ ਇਹ ਪੋਜੀਸ਼ਨ ਲੈ ਰਹੇ ਸੀ, ਉਹਨਾਂ ਨੂੰ ਜੇ ਸ਼ਰਮ ਆ ਰਹੀ ਤਾਂ ਉਹਦਾ ਮੈਂ ਕੁਝ ਕਰ ਨਹੀਂ ਸਕਦਾ। ਜੇ ਰਾਈਟ ਵਾਲੇ ਵੀ ਨੇ ਜਿਨ੍ਹਾਂ ਦੀ ਪੋਜੀਸ਼ਨਾਂ ਮਾੜੀਆਂ ਸੀਗੀਆਂ, ਉਹਨਾਂ ਦੀ ਪੋਜੀਸ਼ਨ ਮੈਂ ਲਿਖਤੀਆਂ, ਤੇ ਉਹਨਾਂ ਨੂੰ ਜੇ ਸ਼ਰਮ ਆ ਰਹੀ ਤਾਂ ਮੈਂ ਕੀ ਕਰ ਸਕਦਾ। ਮਤਲਬ ਪੰਥਕ ਜਥੇਬੰਦੀਆਂ ਦੇ ਵੀ ਪੋਲੀਟੀਕਲ ਸਟੈਂਡ ਮੈਂ ਲਿਖੇ ਨੇ ਕਿ ਮਤਲਬ ਜਿਹੜੇ ਕਿਸਾਨ, ਜਿਵੇਂ ਦੀਪ ਸਿੱਧੂ ਦਾ ਵੀ ਸਟੈਂਡ ਸੀਗਾ, ਦੀਪ ਸਿੱਧੂ ਦਾ ਪੋਲੀਟੀਕਲ ਸਟੈਂਡ ਵੀ ਮੈਂ ਲਿਖਿਆ ਕੀ ਸੀਗਾ। ਮਤਲਬ ਪੰਥਕ ਜਥੇਬੰਦੀਆਂ, ਹੋਰ ਦਲ ਖਾਲਸਾ ਤੋਂ ਲੈ ਕੇ ਹੋਰ ਜਿੰਨੀਆਂ ਵੀ ਸੀਗੀਆਂ, ਸਿੱਖ ਸਿਆਸਤ, ਸਾਰਿਆਂ ਦੇ ਮੈਂ ਸਟੈਂਡ ਲਿਖੇ ਨੇ ਕਿ ਉਹ ਇਹਨਾਂ ਬਾਰੇ ਇਹ ਸੋਚਦੇ ਨੇ ਕਿ ਇਹ ਮਾਮਲਾ ਇਵੇਂ ਮੁੱਕਣਾ ਚਾਹੀਦਾ। ਤੇ ਦੇਖੋ ਇਹੀ ਗੱਲ ਹੈ ਕਿ ਇਮੋਸ਼ਨਸ ਆਪਣੀ ਥਾਂ ਤੇ ਨੇ, ਪੋਲੀਟੀਕਲ ਸਟੈਂਡ ਆਪਣੀ ਥਾਂ ਤੇ ਨੇ। ਜਦੋਂ ਕੋਈ ਇਵੈਂਟ ਚੱਲ ਰਿਹਾ ਉਦੋਂ ਤੁਸੀਂ ਕੀ ਸੋਚਦੇ ਹੋ, ਕੀ ਪੋਲੀਟੀਕਲ ਪੋਜੀਸ਼ਨ ਲੈ ਰਹੇ ਹੋ, ਉਹ ਇਮਾਨਦਾਰੀ ਨਾਲ ਜੇ ਤੁਸੀਂ ਰੱਖਦੇ ਹੋ ਤਾਂ ਮੈਨੂੰ ਲੱਗਦਾ ਕਿ ਠੀਕ ਹੈ, ਉਹਦੇ 'ਚ ਕੋਈ ਪ੍ਰੋਬਲਮ ਨਹੀਂ। ਇਮੋਸ਼ਨਸ ਤੁਸੀਂ ਬੈਂਡ 'ਚ ਬਹਿ ਕੇ ਕਿ ਆਹ ਹੋ ਜਾਊਗਾ, ਉਹ ਹੋ ਜਾਊਗਾ, ਉਹਦੇ ਨਾਲ ਗੱਲ ਨਹੀਂ ਬਣਦੀ। ਪੋਲੀਟੀਕਲ ਹੋਣਾ ਪੈਂਦਾ, ਪੋਲੀਟੀਕਲ ਨੁਕਤੇ ਤੇ ਗੱਲ ਕਰਨੀ ਪੈਂਦੀ ਹੈ। ਮੈਨੂੰ ਲੱਗਦਾ ਪੰਜਾਬੀ ਇਹ ਅਜੇ ਹਿੰਦੀ 'ਚ ਆਈ ਹੈ ਕਿਤਾਬ, ਪੰਜਾਬੀ 'ਚ 10 ਦਿਨਾਂ 'ਚ ਆ ਜਾਊਗੀ, 10 ਜਾਂ 15 ਦਿਨਾਂ 'ਚ। ਉਦੋਂ ਰੌਲਾ ਜ਼ਿਆਦਾ ਪਊ ਕਿਉਂਕਿ ਅਜੇ ਤਾਂ ਪਹੁੰਚਣੀ ਹੈ ਲੋਕਾਂ ਦੇ ਹੱਥਾਂ 'ਚ ਪੰਜਾਬੀ 'ਚ। ਤਾਂ ਹਿੰਦੀ ਵਾਲੀ ਕਿਤਾਬ ਮੈਨੂੰ ਲੱਗਦਾ ਪੰਜਾਬੀ ਪਾਠਕ ਕੋਲ ਤਾਂ ਗਈ ਨਹੀਂ, ਕਿਉਂਕਿ ਅੰਦੋਲਨ ਸਭ ਤੋਂ ਜ਼ਿਆਦਾ ਇਹ ਪੰਜਾਬ ਇਹਦੇ ਨਾਲ ਇੰਟੈਕਟ ਸੀਗਾ। ਮੈਂ ਮਤਲਬ ਪੰਜਾਬੀ ਆਡੀਅנס ਜਿਹੜੇ ਪਾਠਕ ਹੈਗੇ ਉਹਨਾਂ ਦਾ ਮੈਨੂੰ ਹਿਸਾਬ ਨਹੀਂ ਹੈ, ਇਸ ਕਰਕੇ ਮੈਂ ਮਤਲਬ ਮੇਰੀ ਤੁਹਾਡੇ ਤੋਂ ਗੁਜ਼ਾਰਿਸ਼ ਵੀ ਹੈ ਕਿ ਮੈਂ ਇੱਕ WhatsApp ਨੰਬਰ ਦੇ ਰਿਹਾ ਆਪਣਾ, ਤੇ ਉਹਦੇ ਤੇ ਮੈਨੂੰ ਭੇਜ ਦੇਣ ਕਿ ਅਸੀਂ 500 ਕਿਤਾਬ ਛਪਾਈਏ, 1000 ਕਿਤਾਬ ਛਪਾਈਏ। ਇਹ ਮੈਨੂੰ ਮਤਲਬ ਹਿਸਾਬ ਨਹੀਂ ਹੈ। ਤੇ ਇਹ ਮਤਲਬ ਜਿੰਨੇ ਮੈਨੂੰ ਆਰਡਰ ਲੱਗਣਗੇ ਉਹਨੇ ਅਸੀਂ, ਕਿਉਂਕਿ ਮੈਂ ਇਸ ਪੰਜਾਬੀ 'ਚ ਸੈਲਫ ਪਬਲਿਸ਼ ਕਰ ਰਿਹਾ ਕਿਤਾਬ, ਤੇ ਅੰਗਰੇਜ਼ੀ 'ਚ ਵੀ ਛਪ ਰਹੀ ਹੈ। ਹਾਂ, ਅੰਗਰੇਜ਼ੀ 'ਚ ਵੀ ਆ ਰਹੀ ਹੈ। ਤੇ ਤੁਸੀਂ ਮੂਲ ਹਿੰਦੀ 'ਚ, ਪਰ ਇਹ ਅੰਗਰੇਜ਼ੀ ਤੇ ਪੰਜਾਬੀ ਦੋਵਾਂ 'ਚ ਹੀ ਆ ਰਹੀ ਹੈ। ਹਾਂ, ਤੇ ਜਿਹੜੀ ਭਾਸ਼ਾ ਹਿੰਦੀ 'ਚ ਵੀ ਮੈਂ ਲਿਖੀ ਹੈ ਉਹ ਹਰਿਆਣਵੀ ਪੰਜਾਬੀ ਮਿਕਸ ਭਾਸ਼ਾ ਹੈਗੀ ਆ। ਮੈਂ ਹਿੰਦੀ ਮਤਲਬ ਆਪਣੇ ਆਪ ਨੂੰ ਹਿੰਦੁਸਤਾਨੀ ਲਿਖੀ ਹੈ। ਹਿੰਦੁਸਤਾਨੀ ਭਾਸ਼ਾ ਕਿਹਾ ਜਾਂਦਾ ਨਾ, ਜਿਹੜੀ ਸਾਰਿਆਂ ਦੀ ਰਲੀ ਮਿਲੀ ਭਾਸ਼ਾ ਸੀਗੀ ਜੀ। ਬਿਲਕੁਲ। ਤੇ ਇਹ ਹੈ। ਬਾਕੀ ਤਾਂ ਮਤਲਬ ਜਦੋਂ ਤੁਸੀਂ ਪੜ੍ਹੋਗੇ ਤਾਂ ਮੈਂ ਤਾਂ ਕੁਝ ਚੈਪਟਰ ਤਾਂ ਇਹਦੇ ਪੜ੍ਹੇ ਨੇ, ਕੁਝ ਜਿਹੜੇ ਬਹੁਤ ਵਧੀਆ ਲੱਗੇ ਮੈਨੂੰ ਚੈਪਟਰ, ਉਹ ਜਿੰਨੇ ਵੀ ਪੜ੍ਹੇ ਮੈਂ। ਤੇ ਅੰਦੋਲਨ ਨੂੰ ਤੁਸੀਂ ਕੀ ਦੇਖਦੇ ਹੋਗੇ? ਮਤਲਬ ਜੇ ਮੈਂ ਤੁਹਾਡੇ ਤੋਂ ਇੱਕ ਟਿੱਪਣੀ ਮੰਗਾ ਕਿਸਾਨ ਅੰਦੋਲਨ ਦੇ ਉੱਤੇ, ਕਿ ਕਿਸਾਨ ਅੰਦੋਲਨ ਦੀ ਪ੍ਰਾਪਤੀ ਕੀ ਹੈ, ਜਾਂ ਕਿਸਾਨ ਅੰਦੋਲਨ ਨੇ ਕੀ ਖੱਟਿਆ, ਕਿਸਾਨ ਅੰਦੋਲਨ ਨੇ ਪੰਜਾਬ ਲਈ, ਦੇਸ਼ ਲਈ ਕੀ ਮਤਲਬ ਉਹਦੇ 'ਚ ਉਹ ਹੈ। ਜਿਹੜਾ ਮੇਰਾ ਆਖਰੀ ਚੈਪਟਰ ਹੈ ਉਹਦਾ ਨਾਮ ਵੀ ਹਾਰ ਜਾਂ ਜੀਤ ਹੀ ਹੈ। ਮਤਲਬ ਮੈਂ ਖੁਦ ਵੀ ਨਹੀਂ, ਮੈਂ ਉੱਥੇ ਪੜ੍ਹਨਾ, ਮੈਂ ਉਲਟੇ ਪਾਸੇ ਪੜ੍ਹਨਾ ਸ਼ੁਰੂ ਕੀਤੀ ਤੁਹਾਡੀ ਕਿਤਾਬ। ਅੱਛਾ। ਤਾਂ ਹਾਰ ਜਾਂ ਜੀਤ ਜਿਹੜਾ ਚੈਪਟਰ ਹੈਗਾ ਉਹ ਲਿਖਣ ਦਾ ਵੀ ਮੇਰਾ ਇਹ ਕਾਰਨ ਸੀਗਾ। ਦੇਖੋ ਅੰਦੋਲਨ ਦੇ ਕੁਝ ਮੈਕਸਿਮਮ ਮਤਲਬ ਉਹਦੇ 'ਚ ਕੀ ਨਿਕਲ ਸਕਦਾ ਸੀਗਾ ਉਹ ਵੀ ਗੱਲ ਹੁੰਦੀ ਹੈ, ਤੇ ਕੀ ਨਿਕਲਿਆ ਉਹ ਵੀ ਗੱਲ ਹੁੰਦੀ ਹੈ। ਤੇ ਕੀ ਨਿਕਲਿਆ ਤੇ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ
8 ਸਾਲਾਂ 'ਚ ਇਹ ਪਹਿਲਾ ਇਹੋ ਜਿਹਾ ਅੰਦੋਲਨ ਸੀਗਾ ਜਿਹਨੇ ਮੋਦੀ ਨੂੰ ਝੁਕਣ ਲਈ ਮਜਬੂਰ ਕੀਤਾ। ਮਤਲਬ ਇਸ 'ਚ ਇੱਕ ਲਾਈਨ ਹੈ, ਉਸ ਨਾ ਝੁਕਣ ਵਾਲੀ ਤਾਕਤ ਨੂੰ ਝੁਕਾ ਲਿਆ ਗਿਆ ਸੀ, ਤੇ ਉਹ ਹੈਗਾ। ਤੇ ਉਸ ਤੋਂ ਅਗਲੀ ਲਾਈਨ ਵੀ ਇੱਕ ਹੈਗੀ ਆ ਜਿਹੜੀ ਮੁਕਤੀ ਬੋਧ ਦੀ ਕਵਿਤਾ ਦੀ ਉਹੀ ਪੜਨ ਲੱਗਿਆ ਸੀਗਾ ਹਾਂ ਕਿ ਉਹ ਕਵਿਤਾ ਆ ਰਹੀ ਆ, उनके लिए मुझे मुक्ति बोध याद आ रहे हैं, हम इसलिए मरे कि ज़रूरत से ज़्यादा नहीं, बहुत बहुत कम हम बागी थे। हाँ, इसका मतलब ये है बागी तो सी पर घट सी ਅਸੀਂ ਤਾਂ ਮਰ ਗਏ, ਤਾਂ ਮਰ ਗਏ, ਮਤਲਬ ਹੋ ਜਾਂਦੇ ਤਾਂ ਸ਼ਾਇਦ। ਹਾਂ, ਮਤਲਬ ਮੈਨੂੰ ਲੱਗਦਾ ਕਿ ਇਸ 'ਚ ਰੈਵੋਲੂਸ਼ਨਰੀ ਪੋਟੈਂਸ਼ੀਅਲ ਸੀਗਾ। ਮੈਂ ਨਹੀਂ ਕਹਿ ਰਿਹਾ ਕਿ ਹਾਂ ਰੈਵੋਲੂਸ਼ਨ ਹੋ ਜਾਂਦੀ। ਰੈਵੋਲੂਸ਼ਨਰੀ ਪੋਟੈਂਸ਼ੀਅਲ ਮੈਂ ਕਿਉਂ ਕਹਿ ਰਿਹਾ, ਕਿਉਂਕਿ ਪਹਿਲੀ ਵਾਰ ਲੋਕ ਜਿਹੜੇ ਕਿ ਇਨਕਮ ਇਨਕੁਐਲਿਟੀ ਉਹਦੇ ਤੇ ਗੱਲ ਕਰ ਰਹੇ ਸੀਗੇ, ਕਾਰਪੋਰੇਟ ਅਡਾਨੀ ਅੰਬਾਨੀ ਦਾ ਨਾਂ ਲੈ ਕੇ ਉਹਨਾਂ ਦੇ ਮਾਲ, ਉਹਨਾਂ ਦੇ ਸਾਇਲੋਜ਼ ਦਾ ਘਿਰਾ ਕਰ ਰਹੇ ਸੀਗੇ। ਪਹਿਲੀ ਵਾਰ ਕਿਸਾਨ ਰੂਰਲ ਕ੍ਰਾਈਸਿਸ ਤੇ ਸੀਰੀਅਸਲੀ ਗੱਲ ਕਰ ਰਿਹਾ ਸੀਗਾ, ਨਾਲੇ ਮਜ਼ਦੂਰ ਦੀ ਵੀ ਗੱਲ ਹੋ ਰਹੀ ਸੀ। ਇੱਦਾਂ ਮਤਲਬ ਲੱਗ ਰਿਹਾ ਸੀਗਾ ਕਿ ਇਹਦਾ ਪੋਟੈਂਸ਼ੀਅਲ ਬਹੁਤ ਜ਼ਿਆਦਾ, ਮਤਲਬ ਘੱਟੋ ਘੱਟ ਪੋਲੀਟੀਕਲ ਟ੍ਰੇਨਿੰਗ ਦੇਣ ਤੱਕ ਦਾ ਤਾਂ ਪੋਟੈਂਸ਼ੀਅਲ ਇਸ ਅੰਦੋਲਨ ਦਾ ਸੀਗਾ। ਸਕੂਲਿੰਗ ਤਾਂ ਹੋਈ ਵੀ, ਪਰ ਇਸ ਤੋਂ ਜ਼ਿਆਦਾ ਤੱਕ ਵੀ ਮਤਲਬ ਪੋਲੀਟੀਕਲ ਪ੍ਰੋਗਰਾਮ ਦੇਣ ਦੀ ਵੀ ਸਮਰੱਥਾ ਇਸ ਅੰਦੋਲਨ 'ਚ ਸੀਗੀ। ਪਰ ਉਹ ਹੁਣ ਤੁਸੀਂ ਦੇਖੋ ਆਫਟਰ ਦਿਸ ਅੰਦੋਲਨ ਕਿਸਾਨ ਆਗੂਆਂ ਨੇ ਕੋਈ ਪੋਲੀਟੀਕਲ ਪ੍ਰੋਗਰਾਮ ਵੀ ਨਹੀਂ ਦਿੱਤੇ, ਕੁਝ ਹੋਇਆ ਵੀ ਨਹੀਂ। ਔਰ ਜਿਹੜੀ ਪੋਲੀਟੀਕਲ ਜਿਨ੍ਹਾਂ ਨੇ ਸਕੂਲਿੰਗ ਵੀ ਹੋਈ ਉਹ ਨੌਜਵਾਨ ਤੇ ਉਹ ਲੋਕ ਹੁਣ ਬਿਖਰ ਗਏ। ਇਹ ਇਸ ਕਰਕੇ ਮੈਂ ਕਹਿੰਦਾ ਕਿ ਜਿਹੜਾ ਮੁਕਤੀ ਬੋਧ ਦੀ ਆਖਰੀ ਕਵਿਤਾ ਦੀ ਲਾਈਨਾਂ ਨਾਲ ਹੀ ਮੈਂ ਇਸ ਕਿਤਾਬ ਦੀ ਸਮਾਪਤੀ ਕੀਤੀ ਹੈ ਕਿ ਅਸੀਂ ਇਸ ਲਈ ਮਰੇ ਕਿਉਂਕਿ ਅਸੀਂ ਜ਼ਰੂਰਤ ਤੋਂ ਜ਼ਿਆਦਾ ਨਹੀਂ, ਬਹੁਤ ਘੱਟ ਅਸੀਂ ਬਾਗੀ ਸੀਗੇ, ਤੇ ਇਸ ਕਰਕੇ ਇਹ ਸਮਾਪਤੀ ਹੈਗੀ। ਪਰ ਇਸ ਤੋਂ ਪਹਿਲੀ ਲਾਈਨ ਇਹ ਹੈ ਕਿ ਉਸ ਨਾ ਝੁਕਣ ਵਾਲੀ ਤਾਕਤ ਨੂੰ ਝੁਕਾ ਲਿਆ ਗਿਆ ਸੀ। ਇਸ ਕਰਕੇ ਆਖਰੀ ਚੈਪਟਰ ਵੀ ਹਾਰ ਜਾਂ ਜੀਤ ਹੀ ਹੈ। ਮਤਲਬ ਤੁਹਾਨੂੰ ਖੁਦ ਹੀ ਐਨਾਲਿਸਿਸ ਕਰਨਾ ਪਊਗਾ, ਪੰਜਾਬ ਹਰਿਆਣੇ ਨੂੰ ਬੈਠ ਕੇ ਖੁਦ ਹੀ ਐਨਾਲਿਸਿਸ। ਮੈਂ ਸਿਰਫ ਫੈਕਟ ਭਰੋਸੇ ਨੇ, ਮਤਲਬ ਮੇਰੀ ਜਿਹੜੀ ਪੱਤਰਕਾਰਿਤਾ ਦੀ ਵੀ ਪੋਜੀਸ਼ਨ ਉਹ ਹੈ, ਫੈਕਟਸ ਆਰ ਸੈਕਰੇਡ, ਕਮੈਂਟਸ ਆਰ ਫਰੀ। ਮਤਲਬ ਕਮੈਂਟ ਤੁਸੀਂ ਕੁਝ ਵੀ ਕਰੀ ਚੱਲੋ, ਫਰੀ ਹੁੰਦੇ ਨੇ, ਲੇਕਿਨ ਫੈਕਟਸ ਜਿਹੜੇ ਨੇ ਉਹ ਪਵਿੱਤਰ ਹੁੰਦੇ ਨੇ। ਫੈਕਟਸ ਤੇ ਹੀ ਰਹਿ ਕੇ ਗੱਲ ਕਰਨੀ। ਤੇ ਮੈਂ ਇਹ ਵੀ ਮਤਲਬ ਪੋਸਟ ਮਾਡਰਨਿਸਟ ਆਈਡੀਆ ਨੂੰ ਵੀ ਖਾਰਿਜ ਕਰਾਂ ਜਿਹਦੇ 'ਚ ਕਿਹਾ ਜਾਂਦਾ ਹੈ ਕਿ ਮਤਲਬ ਇੱਕ ਘਟਨਾ ਦੇ 10 ਸੱਚ ਹੋ ਸਕਦੇ ਨੇ। ਉਹ ਮੈਂ ਚੀਜ਼ ਨਹੀਂ ਮੰਨਦਾ। ਮੈਨੂੰ ਲੱਗਦਾ ਕਿ ਫੈਕਟ ਇੱਕ ਹੀ ਹੁੰਦਾ ਹੈ, ਉਹਦੇ ਤੇ ਆਲੇ ਦੁਆਲੇ ਉਹਦੇ ਤੇ ਗੱਲਾਂ ਹੁੰਦੀਆਂ ਨੇ, ਮਤਲਬ ਕਮੈਂਟਸ ਫਰੀ, ਯਾਨੀ ਕਿ ਕਮੈਂਟ ਹੁੰਦੇ ਨੇ ਕਿ ਆਹ ਫੈਕਟ ਨੂੰ ਤੁਸੀਂ ਇੱਦਾਂ ਦੇਖਣਾ। ਮਤਲਬ ਜਿਵੇਂ ਇੱਕ ਮੈਂ ਇਹਦਾ ਐਗਜ਼ਾਮਪਲ ਵੀ ਦੇ ਦਿੰਦਾ ਕਿ ਕਿਤਾਬ 'ਚ ਇੱਕ ਮੈਂ ਕਿਸਾਨ ਰੋਸ ਪਰੇਡ ਨੂੰ ਜਦੋਂ ਆਗੂਆਂ ਨੇ ਕਿਸਾਨ ਗਣਤੰਤਰ ਦਿਵਸ ਪਰੇਡ ਕੀਤਾ ਗਿਆ, ਤੇ ਉਹਦੇ ਵੀ ਪੋਲੀਟੀਕਲ ਮਾਇਨੇ ਨੇ, ਤੇ ਉਹ ਇੱਕ ਫੈਕਟ ਹੈਗਾ। ਤੁਸੀਂ ਉਹਦਾ ਕੀ ਮਾਇਨੇ ਕੱਢਣੇ ਚਾਹੋਗੇ? ਇੱਕ ਮਾਇਨਾ ਤਾਂ ਇਹ ਵੀ ਹੋ ਸਕਦਾ ਕਿ ਕਿਸਾਨ ਆਗੂਆਂ ਨੇ ਜਿਹੜੀ ਭਾਰਤ ਰਾਜ ਸੱਤਾ ਸੀਗੀ ਉਹਦੇ ਪ੍ਰਤੀ ਆਪਣੀ ਵਫਾਦਾਰੀ ਦਿਖਾਈ। ਦੂਜਾ ਫੈਕਟ ਇਹ ਵੀ ਹੋ ਸਕਦਾ ਕਿ ਉਹਨਾਂ ਨੇ ਡਿਸਿਪਲਿਨ ਹੋ ਕੇ ਅੰਦੋਲਨ ਕਰਨ ਦੀ ਕੋਸ਼ਿਸ਼ ਕੀਤੀ। ਮਤਲਬ ਕਮੈਂਟ ਨੇ, ਫੈਕਟ ਇੱਕ ਹੀ ਹੈ ਕਿ ਇਹਨਾਂ ਨੇ ਉਹ ਪਰੇਡ ਦਾ ਨਾਂ ਬਦਲਿਆ। ਤਾਂ ਇਹ ਮੈਂ ਕਹਿ ਰਿਹਾ, ਇਹ ਮੇਰੀ ਪੋਜੀਸ਼ਨ ਹੈ ਕਿ ਫੈਕਟਾਂ 'ਤੇ ਤੁਸੀਂ ਦੇਖ ਸਕਦੇ ਹੋ। ਉਸ ਤੋਂ ਇਲਾਵਾ ਜਿਹੜੇ ਵੀ ਕਮੈਂਟ ਹੋਣਗੇ ਉਹ ਤਾਂ ਫਰੀ ਹੁੰਦੇ ਨੇ। ਲੋਕ ਆਪਣੇ ਪੋਲੀਟੀਕਲ ਪੋਜੀਸ਼ਨਸ ਤੇ ਹਿਸਾਬ ਨੂੰ ਫੈਕਟਾਂ ਨੂੰ ਮੈਨੀਪੂਲੇਟ ਕਰਦੇ ਨੇ। ਪਰ ਪੋਸਟ ਮਾਡਰਨਿਸਟ ਕਹਿੰਦੇ ਨੇ ਕਿ ਮਾਰਕਸਿਜ਼ਮ 'ਚ ਵੀ ਤਾਂ ਨਿਊ ਮਾਰਕਸਿਸਟ ਪੈਦਾ ਹੋ ਗਏ, ਮਾਰਕਸਿਜ਼ਮ ਨੂੰ ਰੀਡਿਫਾਈਨ ਕਰਨਾ ਪਿਆ। ਚੀਜ਼ਾਂ ਹੋ ਰਹੀਆਂ ਨੇ, ਮਤਲਬ ਯੂਰਪ 'ਚ ਨਿਊ ਲੈਫਟ ਦਾ ਜਿਹੜਾ ਮੈਂ ਇਹੀ ਕਹਿ ਰਿਹਾਗਾ। ਫਿਰ ਤੁਸੀਂ ਤੇ ਪੋਸਟ ਮਾਡਰਨ ਦੇ ਤਾਂ ਪੂਰੇ ਉਹ ਕਰਤਾ, ਤੇ ਉਹ ਜਦੋਂ ਮਾਰਕਸਿਜ਼ਮ ਦੇ ਅੰਦਰ ਦੇਖੋ ਆਪਣੀ ਫੈਕਟ ਨਿਊ ਲੈਫਟ ਜਦੋਂ ਆਇਆ ਤੇ ਇੱਕ ਤਰ੍ਹਾਂ ਦਾ ਰੀਡਿਫਾਈਨ ਮਤਲਬ ਮੈਂ ਇਹ ਚੀਜ਼ਾਂ ਹੋ ਰਹੀਆਂ ਨੇ। ਇੱਕ ਦੇਖੋ ਮਾਰਕਸ ਨੂੰ ਨਵੇਂ ਸਿਰੋਂ ਫੜ ਕੇ ਰੀਡਿਫਾਈਨ ਕੀਤਾ ਜਾ ਰਿਹਾ। ਇਸ 'ਚ ਇਹੀ ਹੈ ਯਾਦਵਿੰਦਰ ਕਿ ਪੱਤਰਕਾਰਿਤਾ 'ਚ ਆਪਾਂ ਵਿਚਰਦੇ ਹਾਂ ਫੈਕਟਸ ਨਾਲ ਹਰ ਰੋਜ਼ ਹੀ। ਤੁਸੀਂ ਫੈਕਟਸ ਨੂੰ ਕਿਵੇਂ ਦੇਖਦੇ ਹੋ ਉਹ ਪੋਜੀਸ਼ਨ ਹੁੰਦੀ ਹੈ, ਤੇ ਮੈਂ ਆਪਣੀ ਜਿਹੜੀ ਫੈਕਟਸ ਨੂੰ ਦੇਖਣ ਦੀ ਜਿਹੜੀ ਪੋਜੀਸ਼ਨ ਸੀਗੀ ਉਹ ਮੈਂ ਕਲੀਅਰ ਕੀਤੀ। ਮਨਦੀਪ, ਅੰਦੋਲਨ ਜਦੋਂ ਚੱਲ ਰਿਹਾ ਸੀ ਤੁਹਾਡੀ ਅਰੈਸਟ ਵੀ ਹੁੰਦੀ ਹੈਗੀ ਹੈ ਨਾ। ਇੱਕ ਤਾਂ ਅਰੈਸਟ ਵਾਲਾ ਕਿੱਸਾ ਵੀ ਥੋੜ੍ਹਾ ਜਿਹਾ ਦੱਸੋ ਹੈ ਨਾ, ਲੋਕਾਂ ਨੂੰ ਪਤਾ ਲੱਗੇ। ਦੂਸਰਾ, ਬਹੁਤ ਸਾਰੀਆਂ ਹੋਰ ਵੀ ਗ੍ਰਿਫਤਾਰੀਆਂ ਹੋ ਰਹੀਆਂ ਸੀ, ਪਿੱਛੇ ਲੱਗਿਆ ਹੈ ਸਪੈਸ਼ਲ ਸੈੱਲ ਬਹੁਤ ਸਾਰੇ ਲੋਕਾਂ ਦੇ। ਤਾਂ ਉਦੋਂ ਤੁਸੀਂ ਸਟੇਟਮੈਂਟ ਦਿੱਤੀ ਸੀ ਕਿ ਡਰੇ ਹੋਏ ਆਗੂ ਮਰਿਆ ਹੋਇਆ ਅੰਦੋਲਨ ਪੈਦਾ ਕਰਦੇ ਨੇ। ਤੁਸੀਂ ਕਿਹਨਾਂ ਨੂੰ ਕਹਿ ਰਹੇ ਸੀ, ਕਿਉਂ ਕਹਿ ਰਹੇ ਸੀਗੇ? ਦੇਖੋ, ਜਿਵੇਂ ਡਰਿਆ ਹੋਇਆ ਪੱਤਰਕਾਰ ਮਰਿਆ ਹੋਇਆ ਲੋਕਤੰਤਰ ਪੈਦਾ ਕਰਦਾ, ਉਹੀ ਡਰੇ ਹੋਏ ਆਗੂ ਕਿਸੇ ਅੰਦੋਲਨ ਦੇ ਉਹ ਮਰਿਆ ਹੋਇਆ ਅੰਦੋਲਨ ਹੀ ਪੈਦਾ ਕਰਦੇ ਨੇ। ਮੈਂ ਇਸ ਕਰਕੇ ਕਹਿ ਰਿਹਾ ਸੀਗਾ ਜਦੋਂ ਅੰਦੋਲਨ 'ਚ ਸ਼ਾਮਿਲ ਲੋਕਾਂ ਨੇ ਜਿਨ੍ਹਾਂ ਨੇ ਮਦਦ ਕੀਤੀ, ਜਾਂ ਫਿਰ ਜਿਹੜੇ ਕਿ ਸਿੰਪੈਥਾਈਜ਼ਰ ਸੀਗੇ ਉਹਨਾਂ 'ਤੇ ਹਮਲੇ ਹੋ ਰਹੇ ਸੀਗੇ, ਤੇ ਜਾਂ ਫਿਰ ਜਿਹੜੇ ਕਿਸਾਨ ਦਿੱਲੀ ਗਏ ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਜਾ ਰਿਹਾ ਸੀਗਾ, ਤੇ ਕਿਸਾਨ ਆਗੂਆਂ ਦੀ ਬੋਲੀ ਬਹੁਤ ਮਾੜੀ ਸੀ। ਇਸ ਕਰਕੇ ਹੀ ਮੈਂ ਸਟੇਟਮੈਂਟ ਦਿੱਤੀ ਸੀ ਤਾਂ ਕਿ ਉਹ ਜਿਹੜੀ ਆਪਣੀ ਪੋਜੀਸ਼ਨ ਹੈਗੀ ਆ, ਸਟੇਟ ਦਾ ਜਿਹੜਾ ਰਿਪਰੈਸ਼ਨ ਹੈਗਾ ਉਹਦੇ 'ਤੇ ਚੰਗੇ ਤਰੀਕੇ ਨਾਲ ਲੈਣ। ਤੇ ਜਿਹੜੇ ਮਤਲਬ ਇੱਕ ਮੈਨੂੰ ਇਹ ਵੀ ਦੇਖਿਆ ਕਿ 10 ਦਸੰਬਰ ਨੂੰ ਜਦੋਂ ਪੋਲੀਟੀਕਲ ਪ੍ਰਿਜ਼ਨਰਸ ਦੀ ਗੱਲ ਆਈ ਤਾਂ ਉਦੋਂ ਵੀ ਪੈਰ ਮੋਰਚੇ ਨੇ ਪਿੱਛੇ ਖਿੱਚੇ। ਤਾਂ ਇਸ ਕਰਕੇ ਇਹ ਬਹੁਤ ਸਾਰੇ ਮੁੱਦੇ ਸੀਗੇ ਜਿਨ੍ਹਾਂ ਤੇ ਮੋਰਚਾ ਪੈਰ ਪਿੱਛੇ ਖਿੱਚ ਰਿਹਾ ਸੀ। ਕਈ ਵਾਰ ਇਹ ਤਾਂ ਹੁੰਦਾ ਕਿ ਅੰਦੋਲਨ ਜਿਹੜੀਆਂ ਗੱਲਾਂ ਤੇ ਫੋਕਸ ਆ ਉਹਨਾਂ ਤੇ ਹੀ ਰੱਖੋ,
ਨਹੀਂ ਐ ਹੁੰਦਾ ਨਾ ਆਮ ਤੌਰ ਤੇ ਕਿ ਯਾਰ ਉਹਨੂੰ ਇੰਨਾ ਡਿਵਰਟ ਨਾ ਕਰੋ, ਹਰ ਇਸ਼ੂ ਦੇ ਨਾਲ ਜੋੜੀ ਚੱਲੋ। ਨਹੀਂ, ਡਾਇਵਰਟ ਕਰਨ ਦੀ ਗੱਲ ਨਹੀਂ ਹੁੰਦੀ। ਇਹ ਗੱਲ ਹੁੰਦਾ ਕਿ ਤੁਸੀਂ ਘੱਟੋ ਘੱਟ ਜਨਤਾ ਨੂੰ ਆਪਣੀ ਪੋਲੀਟੀਕਲ ਪੋਜੀਸ਼ਨਾਂ ਅੱਡ-ਅੱਡ ਮੁੱਦਿਆਂ ਤੇ ਦੱਸ ਰਹੇ ਹੁੰਦੇ ਹੋ। ਤੁਸੀਂ ਪੋਲੀਟੀਕਲ ਪ੍ਰਿਜ਼ਨਰਾਂ ਵਾਸਤੇ ਅੰਦੋਲਨ ਕਰਨ ਨਹੀਂ ਗਏ ਸੀਗੇ, ਲੇਕਿਨ ਇੱਕ ਦਿਨ ਉਹਨਾਂ ਨੂੰ ਜੇ ਸਮਰਪਿਤ 10 ਦਸੰਬਰ ਦਾ ਮੈਂ ਕਹਿੰਦਾ ਉੱਥੇ ਰਾਈਟ ਵਿੰਗ ਸੀਗਾ, ਆਪਾਂ ਮੰਨ ਲਓ ਰਾਜੇਵਾਲ ਰਾਈਟ ਵਿੰਗ ਆ, ਹਰਮੀਤ ਕਾਗਦੀਆਂ ਰਾਈਟ ਵਿੰਗ ਆ, ਇਹ ਰਾਈਟ ਵਿੰਗ ਦੇ ਬੰਦੇ ਨੇ, ਕਿਉਂ ਉਸ ਗੱਲ ਦੇ ਉੱਤੇ ਪੋਜੀਸ਼ਨ ਲੈਣ, ਮੈਨੂੰ ਇਹ ਦੱਸੋ। ਤਾਂ ਫਿਰ 10 ਬੰਦੇ ਰਾਈਟ ਵਿੰਗ ਦੇ ਕਹਿਣਗੇ ਨਹੀਂ ਸਾਡੀ ਇਹਦੇ ਨਾਲ ਸਹਿਮਤੀ ਨਹੀਂ ਹੈਗੀ। ਪਰ ਮੈਨੂੰ ਤਾਂ ਇਹ ਲੱਗਦਾ ਹੈ ਕਿ ਇਹ ਫਿਰ ਸੋਚਣ ਦੀ ਲੋੜ ਹੈਗੀ ਹੈ ਕਿ ਬਈ ਰਾਈਟ ਵਿੰਗ ਦਾ ਮਤਲਬ ਕੀ ਹੈ, ਤੇ ਤਾਂ ਮਤਲਬ ਉਹਨਾਂ ਬੰਦਿਆਂ ਨਾਲ ਅੰਦੋਲਨ ਹੋ ਸਕਦਾ। ਇਹ ਹੋਇਆ ਨਾ ਕਿਸਾਨ ਅੰਦੋਲਨ ਚ ਹੋਇਆ ਕਿ ਰਾਈਟ ਵਿੰਗ, ਲੈਫਟ ਵਿੰਗ ਤੇ ਪੰਥਕ ਸਾਰੇ ਇਕੱਠੇ ਸੀਗੇ। ਪਰ ਤੁਸੀਂ ਇਹ ਵੀ ਚੈੱਕ ਕਰੋ ਕਿ ਕਿਹੜੇ ਆਗੂਆਂ ਨੇ ਪ੍ਰੋ ਸਟੇਟ ਪੋਜੀਸ਼ਨਾਂ ਲਿੱਤੀਆਂ, ਤੇ ਫਿਰ ਉਹਨਾਂ ਦਾ ਹਾਲ ਦੇਖ ਲਓ ਬਾਅਦ ਚ ਕੀ ਹੋਇਆ। ਮਤਲਬ ਬੁੱਟਾ ਸਿੰਘ ਬੁਰਜਗਿੱਲ ਰਾਜੇਵਾਲ ਤੋਂ ਲੈ ਕੇ ਕਿੰਨੇ ਵੀ ਲੋਕ ਸੀਗੇ ਜਿਹੜੇ ਕਿ ਉੱਥੇ ਸਰਕਾਰ ਦੀ ਬੋਲੀ ਬੋਲ ਰਹੇ ਸੀ, ਲੋਕਾਂ ਦੀ ਜਿਹੜੀ ਪੋਜੀਸ਼ਨਾਂ ਬਣਦੀ ਪੋਜੀਸ਼ਨਾਂ ਸੀਗੀ, ਪੋਲੀਟੀਕਲ ਪੋਜੀਸ਼ਨਾਂ, ਉਹ ਨਹੀਂ ਲੈ ਰਹੇ ਸੀ। ਉਹਨਾਂ ਦਾ ਹਾਲ ਕੀ ਹੋਇਆ ਫਿਰ? ਇਹ ਬਣਦੀ ਪੋਜੀਸ਼ਨ, ਮਨਦੀਪ ਤੁਹਾਡੇ ਲਈ ਕੋਈ ਪੋਜੀਸ਼ਨ ਹੋ ਸਕਦਾ ਬਣਦੀ ਹੋਵੇ, ਤੁਹਾਡੇ ਵਾਸਤੇ ਕੀ ਹੈ? ਮੈਨੂੰ ਲੱਗਦਾ, ਮੈਂ ਇਹ ਗੱਲ ਨੂੰ ਛੱਡੋ, ਮੈਂ ਜਨਰਲੀ ਗੱਲ ਕਰਦਾ ਹਾਂ, ਤੁਹਾਡੇ ਲਈ ਕੋਈ ਪੋਜੀਸ਼ਨ ਬੜੀ ਪ੍ਰਿੰਸੀਪਲੀ ਤੁਹਾਨੂੰ ਲੱਗਦਾ, ਮੇਰੇ ਲਈ ਪੋਜੀਸ਼ਨ ਇਹ ਬਣਦੀ ਹੈ ਐਜ਼ ਏ ਨਾਗਰਿਕ। ਮੈਂ ਨਾਗਰਿਕ ਦੇ ਤੌਰ ਤੇ ਐਜ਼ ਏ ਨਾਗਰਿਕ ਹੀ ਆਪਾਂ ਮੰਨ ਲੈਂਦੇ ਹਾਂ, ਐਜ਼ ਏ ਨਾਗਰਿਕ ਮੈਨੂੰ ਲੱਗਦਾ ਮੈਂ ਨਹੀਂ ਸਹਿਮਤ ਹੈਗਾ ਇਸ ਗੱਲ ਨਾਲ। ਜਿਵੇਂ ਆਪਾਂ ਪੋਸਟ ਮੋਡਰਨਿਜ਼ਮ ਤੇ ਨਿਊ ਮਾਰਕਸਿਸਟਾਂ ਜਾਂ ਮਾਰਕਸਿਜ਼ਮ ਦੀ ਡਿਬੇਟ ਆਪਾਂ ਕਰਨ ਲੱਗ ਅੰਦੋਲਨ 10 ਗੱਲਾਂ, ਮੇਰੀ ਗੱਲ ਤਾਂ ਸੁਣ ਲਓ। ਤਾਂ ਮੈਂ ਇਹ ਕਹਿ ਰਿਹਾਗਾ ਕਿ ਕਿਸੇ ਦੀ ਦਿਲੋਂ ਵੀ ਤਾਂ ਇਹ ਗੱਲ ਹੋ ਸਕਦੀ ਹੈਗੀ ਰਾਜੇਵਾਲ ਦੀ ਕਿ ਨਹੀਂ ਮੈਂ ਇਸ ਗੱਲ ਦੇ ਉੱਤੇ ਮੈਂ ਇਹਦੇ ਪੋਜੀਸ਼ਨ ਲੈਣੀ ਵੀ ਨਹੀਂ ਗੀ, ਮੇਰਾ ਰਾਈਟ ਹੈਗਾ, मैं नहीं लेनी पोजीशन इस गल दे उत्ते। इसमें एक प्रॉब्लम है, मैं आंदोलन में किसानां दे मुद्दे ते आया, मैं इस गल दे उत्ते रहना। इसमें एक प्रॉब्लम है क्योंकि आप आंदोलन करने आए हैं, तुसी आंदोलन करन आए ना, ते जिन्हां बंदियां दी गल हो रही है वो थोड़े तो 2 साल पहला आंदोलन कर रहे सीगे। अंदोलनकारी ही तो जेलों च डके हुए ने ना। मतलब कल ਨੂੰ ਜੇ ਤੁਸੀਂ ਅੰਦੋਲਨ ਕਰਨ ਆਏ ਹੋ, ਤੁਹਾਨੂੰ ਜੇਲਾਂ 'ਚ ਡਕ ਦੇਣਗੇ ਤੇ ਤੁਹਾਡੇ ਲਈ ਤਾਂ ਕੋਈ ਪੋਜੀਸ਼ਨ ਲਊਗਾ ਨਾ ਕਿ ਦੇਖੋ ਅੰਦੋਲਨ ਕਰਨਾ ਰਾਈਟ ਹੈਗਾ, ਤੁਸੀਂ ਉਹਨਾਂ ਨੂੰ ਜੇਲ੍ਹ 'ਚ ਬੰਦ ਨਹੀਂ ਕਰ ਰਹੇ। ਇਹ ਇੱਕ ਅੰਦੋਲਨਕਾਰੀ ਦੀ ਦੂਜੇ ਅੰਦੋਲਨਕਾਰੀ ਨੂੰ ਸੋਲੀਡੈਰਿਟੀ ਹੁੰਦੀ ਹੈ, ਠੀਕ ਹੈ। ਇਹ ਪ੍ਰਿੰਸੀਪਲੀ ਕੋਈ ਵੀ ਅੰਦੋਲਨ ਕਰਨ ਜਾਂਦਾ ਉਹਦੀ ਉਹ ਵੀ ਲੜਾਈ ਤਾਂ ਉੱਥੇ ਹੀ ਚੱਲਦੀ ਰਹੀ ਕਿ ਗੁਰਾਹਾਂ ਹੋਰਿਆਂ ਨੇ ਜਿਹੜੀਆਂ ਫੋਟੋਆਂ ਲਾ ਵੀ ਲਈਆਂ ਸੀਗੀਆਂ। ਹਾਂ, ਉਹਦੇ 'ਚ ਮੈਂ ਲਿਖਿਆ ਕਿਤਾਬ 'ਚ ਪੰਜਾਬ ਦੀਆਂ ਕਿਉਂ ਨਹੀਂ ਲਾਈਆਂ, ਪੰਜਾਬ ਵਾਲਿਆਂ ਦੀਆਂ ਕਿਉਂ ਨਹੀਂ ਲਾਈਆਂ, ਮੈਂ ਸਮਝ ਗਿਆ। ਇਸ ਕਿਤਾਬ 'ਚ ਇਹ ਲਿਖਿਆ ਹੋਇਆ ਹੈ ਕਿ ਉਗਰਾਹਾਂ ਨੇ ਜਿਹੜਾ ਮਨਾਇਆ, ਉਹ ਪੋਲੀਟੀਕਲ ਪ੍ਰਿਜ਼ਨਰ ਸ਼ਬਦ ਨਹੀਂ ਵਰਤਦੇਗੇ। ਹਾਂ, ਬੁੱਧੀਜੀਵੀ ਤੇ ਹਾਂ ਬੁੱਧੀਜੀਵੀ ਕਹਿੰਦੇ ਨੇ, ਪਰ ਉਹ ਹਾਂ ਭਾਰਤ ਦੇ ਜਨਵਾਦੀਆਂ ਵਾਸਤੇ ਜਿੰਨਾ ਉਹ ਚੜਾਈ ਦਾ ਵਿਸ਼ਾ ਸੀਗਾ, ਪੰਜਾਬ 'ਚ ਉਹ ਡਿਬੇਟੇਬਲ ਇਸ਼ੂ ਸੀਗਾ ਕਿਉਂਕਿ ਉੱਥੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਜਾਂ ਸਿੱਖ ਬੁੱਧੀਜੀਵੀਆਂ ਦੀ ਫੋਟੋ ਨਹੀਂ ਸੀਗੀ। ਇਹਦੇ 'ਚ ਮੈਂ ਲਿਖਿਆ ਉਹ ਵੀ ਲਿਖਿਆ ਮੈਂ, ਮਤਲਬ ਫਿਰ ਮੈਂ ਹੀ ਕਹਿ ਰਿਹਾ ਨਾ, ਤੁਸੀਂ ਗੱਲ ਨੂੰ ਸਮਝੋ। ਹਾਂ, ਇੱਕ ਬੰਦਾ ਪੋਜੀਸ਼ਨ ਨਹੀਂ ਲੈ ਰਿਹਾ, ਮੰਨ ਲਓ ਰਾਜੇਵਾਲ ਪੋਜੀਸ਼ਨ ਨਹੀਂ ਲੈ ਰਹੇ, ਇੱਕ ਨੇ ਪੋਜੀਸ਼ਨ ਲਈ, ਜਿਹਨੇ ਪੋਜੀਸ਼ਨ ਲਈ ਉਹਦੀ ਪੋਜੀਸ਼ਨ ਤੇ ਤੁਹਾਡੀ ਪੋਜੀਸ਼ਨ 'ਚ ਵੀ 1000 ਗ੍ਰਾਂ ਦੀ ਇੰਟੈਂਸਿਟੀ ਗ੍ਰੈਵਿਟੀ ਉਹਦੀ ਵੱਖਰੀ ਹੈਗੀ। ਤਾਂ ਫਿਰ ਮਤਲਬ ਇਹ ਮੈਂ ਉਹੀ ਕਹਿ ਰਿਹਾ, ਜਦੋਂ ਇਸ ਤਰ੍ਹਾਂ ਦੇ ਕਾਮਨ ਅੰਦੋਲਨ ਹੁੰਦੇ ਜਿਹੜੀ ਆਪਾਂ ਗੱਲ ਕਹਿ ਰਹੇ ਹਾਂਗੇ ਕਿ ਜਦੋਂ ਕੋਈ ਵੀ ਐਕਸਟ੍ਰੀਮ ਨਹੀਂ ਜਾਣਾ ਚਾਹੀਦਾ, ਘੱਟੋ ਘੱਟ ਮਿਨੀਮਮ ਰਹਿਣਾ ਚਾਹੀਦਾ। ਜੇ ਤੁਸੀਂ ਬਹੁਤਾ ਸਹਿਮਤ ਨਹੀਂ ਹੈਗੇ, ਤੁਸੀਂ ਕਹੋ ਠੀਕ ਹੈ ਬਾਈ, ਅੰਦੋਲਨਕਾਰੀਆਂ ਤੇ ਸਟੇਟ ਰਿਪਰੈਸ਼ਨ ਕਰਦਾ ਹੈ, ਠੀਕ ਹੈ, ਤੇ ਤੁਸੀਂ ਮਤਲਬ ਸੋਲੀਡੈਰਿਟੀ ਹੋ ਸਕਦਾ ਉਸ ਅੰਦੋਲਨ ਨਾਲ ਰਾਈਟ ਵਿੰਗ ਦੇ ਕਿਸੇ ਬੰਦੇ ਦੀ ਸਹਿਮਤੀ ਨਾ ਹੋਵੇ, ਜਿਵੇਂ ਰਾਜੇਵਾਲ ਦੀ ਨਾ ਹੋਵੇ 2 ਵਾਰ ਨਾ ਹੋਵੇ, ਪਰ ਤੁਸੀਂ ਅੰਦੋਲਨਕਾਰੀ ਦਾ ਰਿਸਪੈਕਟ ਤਾਂ ਕਰੋਗੇ ਨਾ। ਤੁਹਾਨੂੰ ਜਦੋਂ ਸਾਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ ਤੇ ਫਿਰ ਹੋਰ ਦੂਜੇ ਅੰਦੋਲਨ ਵਾਲੇ ਲੋਕਾਂ ਨੇ, ਆਦੀਵਾਸੀਆਂ ਦੇ ਅੰਦੋਲਨ ਵਾਲਿਆਂ ਨੇ ਜਾਂ ਫਿਰ ਹੋਰ ਜਿਹੜੇ ਮਜ਼ਦੂਰਾਂ ਦੇ ਅੰਦੋਲਨ ਵਾਲਿਆਂ ਨੇ, ਪੱਤਰਕਾਰਾਂ ਨੇ, ਬਿਲਕੁਲ ਸੋਲੀਡੈਰਿਟੀ, ਇਹਨੂੰ ਹੀ ਸੋਲੀਡੈਰਿਟੀ ਕਹਿੰਦੇ। ਇਹ ਕੋਈ ਤੁਸੀਂ ਪੋਲੀਟੀਕਲ ਪੋਜੀਸ਼ਨ ਵੀ ਨਹੀਂ ਲੈ ਰਹੇ, ਤੁਸੀਂ ਸਿਰਫ ਸੋਲੀਡੈਰਿਟੀ ਦਿਖਾ ਰਹੇ ਹੋ ਕਿ ਅਸੀਂ ਜਿੰਨੇ ਵੀ ਲੜਨ ਵਾਲੇ ਲੋਕ ਹੈਗੇ ਆ, ਜਿੰਨੇ ਵੀ ਸੰਘਰਸ਼ ਕਰਨ ਵਾਲੇ ਲੋਕ ਹੈਗੇ ਆ, ਉਹਨਾਂ ਦੇ ਨਾਲ ਖੜੇ, ਬਸ ਇਸ ਤੋਂ ਜ਼ਿਆਦਾ ਕੁਝ। ਤੁਹਾਨੂੰ ਕੀ ਲੱਗਦਾ ਕਿਉਂ ਨਹੀਂ ਲੈਂਦੇ ਸੀ? ਮੈਨੂੰ ਲੱਗਦਾ ਕਿ ਇਹ ਬਹੁਤ ਡਰਦੇ ਸੀਗੇ, ਤਾਂ ਹੀ ਮੈਂ ਉਹ ਸਟੇਟਮੈਂਟ ਵੀ ਦਿੱਤੀ ਕਿ ਡਰਿਆ ਹੋਇਆ ਆਗੂ ਮਰਿਆ ਹੋਇਆ ਅੰਦੋਲਨ ਪੈਦਾ ਕਰਦੇ ਨੇ। ਧੰਨਵਾਦ ਮਨਦੀਪ, ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤਾਂ ਇਹ ਸਨ ਮਨਦੀਪ ਪੁਨੀਆ ਔਰ ਬੜੀ ਸ਼ਾਨਦਾਰ ਕਿਤਾਬ, ਜਿਵੇਂ ਮੈਂ ਕਿਹਾ ਜਲਦੀ ਪੰਜਾਬੀ 'ਚ ਆ ਜਾਏਗੀ ਕਿਤਾਬ। ਮਨਦੀਪ ਪੁਨੀਆ ਦੇ ਨਾਲ ਡਾਇਰੈਕਟ ਵੀ ਤੁਸੀਂ ਸੰਪਰਕ ਕਰ ਸਕਦੇ ਹੋ, ਫੇਸਬੁੱਕ ਦੇ ਉੱਤੇ, ਟਵਿੱਟਰ ਦੇ ਉੱਤੇ, ਤੇ ਇਹ ਆਪਦਾ ਪਾ ਵੀ ਦੇਣਗੇ ਜਦੋਂ ਕਿਤਾਬ ਆਏਗੀ। ਔਰ ਉਦੋਂ ਵੀ ਜਦੋਂ ਕਿਤਾਬ ਪੰਜਾਬੀ ਦੇ ਅੰਦਰ ਆਉਂਦੀ ਆ, ਅਸੀਂ ਉਹਦੇ ਚਰਚਾ ਕਰਾਂਗੇ ਕਿਤਾਬ ਪੰਜਾਬੀ ਵਾਲੀ ਕਿਤਾਬ ਦੇ ਉੱਤੇ ਵੀ। ਤਾਂ ਤੁਸੀਂ ਇਹ ਕਿਤਾਬ ਅੰਦੋਲਨ ਬਾਰੇ ਬੜੀ ਬੈਸਟ ਕਿਤਾਬ, ਔਰ ਜੋ ਚੀਜ਼ਾਂ ਹੋ ਰਹੀਆਂ ਨੇ ਪੰਜਾਬ 'ਚ ਹੁਣ, ਅੱਜ ਕੁਦਰਤੀ ਮੈਂ ਤਾਂ ਹੀ ਬੁਲਾਇਆ ਮਨਦੀਪ ਨੂੰ ਕਿ ਜੋ ਮਨਦੀਪ ਲਿਖ ਰਿਹਾ ਸੀਗਾ ਜਿਹੜੇ ਚੈਪਟਰਾਂ ਦੇ ਅੰਦਰ, ਉਹੀ ਗੱਲਾਂ ਨਿਕਲ ਕੇ ਸਾਹਮਣੇ ਆਉਣ ਲੱਗ ਗਈਆਂ, ਉਹਨਾਂ ਗੱਲਾਂ ਦੇ ਉੱਤੇ ਜਥੇਬੰਦੀਆਂ 'ਚ ਲੜਾਈ ਹੋਣ ਲੱਗ ਗਈ।